ਆਵਾਜ਼ੇ ਪੰਜਾਬ ਨਾਲ ਤੁਸੀਂ ਜੁੜ ਚੁੱਕੇ ਹੋ। ਅਸੀਂ ਮੌਜੂਦ ਹਾਂ ਫਿਰੋਜ਼ਪੁਰ ਸ਼ਹਿਰ ਵੀਵੋ ਕੰਪਨੀ ਦੇ ਸਰਵਿਸ ਸੈਂਟਰ ਦੇ ਬਾਹਰ। ਮਸਲਾ ਕੀ ਹੈਗਾ, ਕਹਾਣੀ ਕੀ ਹੈਗੀ ਆ, ਤੁਹਾਨੂੰ ਤਸਵੀਰ ਦਿਖਾਉਣੇ ਆ। ਤਸਵੀਰ ਦੇਖੋ ਕਿ ਇੱਕ ਪਿੱਛੇ ਥੋੜਾ ਜਿਹਾ ਇੱਕ ਵੀਵੋ ਕੰਪਨੀ ਦਾ ਮੋਬਾਈਲ S1 ਮਾਡਲ, ਜਿਸ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਆ। ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਫਟਿਆ ਹੈ। ਜਿਹੜੇ ਲੋਕ ਇਹ ਫੋਨ ਵਰਤਦੇ ਆ ਧਿਆਨ ਨਾਲ ਦੇਖਣ ਕਿ ਵੀਵੋ ਕੰਪਨੀ ਦਾ ਫੋਨ, ਕੋਈ ਵੀ ਫੋਨ ਫਟ ਸਕਦਾ ਹੈਗਾ, ਪਰ ਫਿਲਹਾਲ ਜਿਹੜੀ ਤੁਹਾਡੇ ਸਾਹਮਣੇ ਤਸਵੀਰਾਂ ਨੇ ਵੀਵੋ ਕੰਪਨੀ ਦੇ ਫੋਨ ਦੀਆਂ ਨੇ, S1 ਦੀਆਂ। ਇਹ ਦੇਖੋ ਬਿਲਕੁਲ ਜਿਹੜਾ ਖੜਕਿਆ ਹੋਇਆ ਫੋਨ, ਯਾਨੀ ਕਿ ਬਿਲਕੁਲ ਜਿਹੜਾ ਸੜ ਚੁੱਕਿਆ ਫੋਨ। ਹਾਲਾਂਕਿ ਜਿਹੜਾ ਵਿਅਕਤੀ ਇਸ ਫੋਨ ਨੂੰ ਯੂਜ਼ ਕਰ ਰਿਹਾ ਸੀ ਉਹਨੂੰ ਵੀ ਜਿਹੜੀਆਂ ਝੁਲਸਿਆ ਹੈਗਾ। ਜਾਣਕਾਰੀ ਲੈਣੇ ਇੱਥੇ ਲੋਕ ਇਕੱਠੇ ਆ। ਕੀ ਮਸਲਾ ਹੋਇਆ ਵੀਰ ਜੀ? ਇਹ ਨਾ ਥੋੜੇ ਦਿਨ ਪਹਿਲਾਂ ਸਾਡਾ ਸੱਜਣ ਦਾ ਫੋਨ ਸੀਗਾ ਜੀ, ਤੇ ਉਹ ਟਰੈਕਟਰ ਚਲਾ ਰਿਹਾ ਸੀ, ਵਾਹੀ ਕਰਦਾ ਪਿਆ ਸੀਗਾ। ਤੇ ਜਦੋਂ ਸਾਡਾ ਸੱਜਣ ਨੇ ਕਿੱਥੇ ਖਾਰਸ਼ ਕੀਤੀ ਵੇਖਿਆ, ਤੇ ਜਦੋਂ ਉਹਨੇ ਫੋਨ ਵੇਖਿਆ, ਜਦੋਂ ਉਹਦੇ ਧੂਆਂ ਨਿਕਲਿਆ, ਉਹਨੇ ਐਂ ਮਾਰਿਆ ਫੋਨ, ਬੰਬ ਵਾਂਗ ਬਲਾਸਟ ਹੋਇਆ ਇੱਕਦਮ। ਮੈਂ ਆਣੇ ਇੱਥੇ ਆਇਆ ਦਫ਼ਤਰ, ਨਾਲ ਆਇਆ। ਮੈਂ ਆਣ ਕੇ ਇਹ ਵੀ ਗੱਲ ਕਹੀ, ਮੈਂ ਕਿਹਾ ਵੀਰੇ ਮਤਲਬ ਕਿ ਅਸੀਂ ਜਾਂਦੇ ਆ DC ਦਫ਼ਤਰ, ਕਦੇ SDM ਕੋਲ, ਕਿਤੇ ਵੀ ਜਾਂਦੇ ਆ। ਜੇ ਇਹ ਫੋਨ ਹੈ, ਮੰਨ ਲਓ ਇਹ ਫੋਨ ਸਾਡੀ ਜੇਬ 'ਚ ਪਾਇਆ ਹੋਇਆ, ਉੱਥੇ ਮਤਲਬ ਫਟ ਜਾਵੇ ਮੇਰੇ ਫੋਨ, ਤੇ ਉਹਨਾਂ ਨੇ ਸਾਨੂੰ ਅੱਤਵਾਦੀ ਵੀ ਘੋਸ਼ਿਤ ਕਰ ਸਕਦੇ ਨੇ, ਕਿਉਂਕਿ ਜਥੇਬੰਦੀ ਦੇ ਬੰਦੇ ਆ। ਕਿਉਂਕਿ ਅਗਲੇ ਕਹਿ ਸਕਦੇ ਬੰਬ ਲੈ ਕੇ ਅੰਦਰ ਆਏ ਨੇ, ਕੁਝ ਵੀ ਕਹਿ ਸਕਦੇ ਨੇ ਵੀਰੇ, ਹਨਾ। ਅੱਜ ਕੱਲ ਟ੍ਰੈਂਡਿੰਗ 'ਚ ਚੱਲ ਰਿਹਾ, ਟਿਫਨ ਬੰਬ ਚੱਲ ਰਿਹਾ। ਕੱਲ ਨੂੰ ਸਾਡਾ ਮੋਬਾਈਲ ਬੰਬ ਕਹਿ ਦੇਣ, ਕਿਉਂ ਨਹੀਂ ਕਰ ਸਕਦਾ? ਕੀ ਕਰ ਸਕਦੇ ਆ? ਸਾਡਾ ਐਕਸਕਿਊਜ਼, ਅਸੀਂ ਇੱਥੇ ਆਣ ਕੇ, ਸਾਡਾ ਕੋਈ ਮੈਟਰ ਨਹੀਂ ਸੀਗਾ ਕਿ ਫੋਨ ਲੈਣਾ ਜਾਂ ਦੇਣਾ ਜਾਂ ਪੈਸਾ ਲੈਣਾ ਦੇਣਾ, ਠੀਕ ਹੈ ਵੀਰੇ। ਸਾਡਾ ਮੈਟਰ ਸੀਗਾ ਕਿ ਦੱਸਣਾ ਕਿ ਵੀਵੋ ਦਾ ਫੋਨ ਫਟ ਗਿਆ ਵੀਰੇ। ਮੇਨ ਵੀਵੋ ਦਾ ਫੋਨ ਫਟਿਆ, ਕਿ ਕੋਈ ਕਰੋ ਅੰਦਾ। ਹੁਣ ਤੁਸੀਂ ਕਿਹੜੀ ਜਗ੍ਹਾ ਤੇ ਬੈਠੇ ਹੋ? ਕੀ ਗੱਲਬਾਤ ਕਰਨ ਆਏ ਸੀ? ਹਾਂਜੀ ਵੀਰੇ, ਗੱਲਬਾਤ ਕਰਨ ਆਏ ਸੀ। ਮੈਂ 1 ਵਜੇ ਦਾ ਇੱਥੇ ਬੈਠਾ ਹਾਂ ਜੀ। ਮੈਂ ਦੁਪਹਿਰੇ ਉੱਠਿਆ ਵਾਂ, ਤੇ ਮੈਨੂੰ ਪ੍ਰਧਾਨ ਜੀ ਦਾ ਫੋਨ ਆਇਆ ਕਿ ਅੱਜ ਆਪਾਂ ਜਾਣਾ ਵੀਵੋ ਦੇ ਕੇਅਰ ਸੈਂਟਰ, ਗੱਲ ਕਰਨ ਜਾਣੀ ਆ। ਤੇ ਕੱਲ ਵੀ ਮੈਂ ਆਇਆ ਸੀ 11 ਵਜੇ, ਤੇ ਅਸੀਂ ਗੱਲ ਕਰਨ ਹੀ ਆਏ ਸੀਗੇ, ਬਟ ਸਾਡੀ ਇੱਥੇ ਕੋਈ ਸੁਣਵਾਈ ਨਹੀਂ ਹੋਈ, ਜਿੰਦੇ ਕਰਕੇ ਅਸੀਂ ਧਰਨਾ ਲਾਇਆ ਵੀਰ ਜੀ। ਤੇ ਧਰਨਾ ਉਦੋਂ ਤੱਕ ਜਾਰੀ ਰਹੂਗਾ ਵੀਰੇ, ਜਦੋਂ ਤੱਕ ਸਾਡਾ ਮਸਲਾ ਹੱਲ ਨਹੀਂ ਹੁੰਦਾ। ਇਹ ਕਿੰਨਾ ਕੁ ਝੁਲਸਿਆ ਹੈਗਾ ਉਹ ਵਿਅਕਤੀ ਜਿਹਦੀ ਜੇਬ 'ਚ ਫੋਨ ਫੜਵਾ? ਆ ਚੀਜ਼ ਨਾ ਪੂਰੀ, ਜਿਵੇਂ ਆਪਾਂ ਫਲੋਰ ਖਿੱਚੀ ਦਾ ਹੋ ਜਾਂਦਾ, ਜਦੋਂ ਮੜ ਕੇ ਨੂੰ ਲਾੜ ਨਿਕਲੀ ਅਸਤਾਂ, ਜੋ ਤੂੰ ਨਿਕਲ ਆਪਾਂ ਕੋਈ ਅੱਗ ਲਾਉਣੇ ਖਿੱਚੀ ਦੇਖ ਕੇ ਝੁਲਕਾ ਹੀ ਵੱਜਦਾ, ਉਸ ਕਰਕੇ ਵੱਜਾ ਇਸ ਸਾਈਡ ਤੇ। ਕਾਫੀ ਮਤਲਬ ਨੁਕਸਾਨਦਾਇਕ। ਮੰਨ ਲਓ ਕੱਲ ਉਹਨੂੰ ਮੈਡੀਸਨ ਦੀ ਦਵਾਈ ਦਾਖਲ ਕਰਾਇਆ ਸੀਗਾ, ਦਵਾਈ ਦਵਾਉਣ ਤੋਂ ਡਾਕਟਰ ਕਹਿੰਦੇ ਚਲ ਮੰਨ ਲਓ ਵੀ ਉੱਥੇ ਯਾਰ ਰਹਿਣਾ ਔਖਾ ਸੀਗਾ ਸਾਨੂੰ, ਅਸੀਂ ਕੱਲ ਛੁੱਟੀ ਲੈ ਕਰੇ, ਚਲ ਡਾਕਟਰ ਕਹਿੰਦਾ ਚਲੋ ਲਾਉਣੀ ਤਾਂ ਟਿਊਬ ਹੀ ਉੱਪਰ, ਤੇ ਚਲੇ ਜਾਓ। ਇਹਦਾ ਗੱਲ ਆ ਸੀਗਾ। ਅੱਛਾ, ਇਹ ਫੋਨ ਲਿਆ ਕਿੱਥੋਂ ਸੀ? ਇਹਦਾ ਕੋਈ ਬਿੱਲ ਹੈਗਾ ਜਾਂ ਕੋਈ? ਬਿੱਲ ਹੈਗਾ ਜੀ, ਸਾਡੇ ਕੋਲ ਮਜ਼ਦੂਰ ਤੋਂ ਲਿਆ ਸੀਗਾ। ਉਹਨੇ ਸਾਨੂੰ ਬਿੱਲ, ਉਹਨੇ ਜਾ ਕੇ ਉਹਨੂੰ ਦੱਸਿਆ ਪਈ ਆ ਤੇਰਾ ਮਿਲ, ਉਹ ਕਹਿੰਦੇ ਸਾਡੇ ਪੂਰਾ ਕੰਪਰੋਮਾਈਜ਼ ਕੀਤਾ। ਉਹਨੇ ਕਿਹਾ ਭਾਈ ਮੈਂ ਕੇਅਰ ਸੈਂਟਰ ਮੈਂ ਕਹਿੰਦਾ, ਸਾਨੂੰ ਪੰਜਾਬ ਦਾ ਨੰਬਰ ਦਿੱਤਾ ਨੇ, ਸਾਡੀ ਗੱਲ ਕਰਾਈ ਨੇ। ਫਿਰ ਇਹ ਗੱਲ ਕੇਅਰ ਸੈਂਟਰ ਮੁੰਡਾ ਸੀ, ਉਹਨੇ ਵਿਚਾਰੀ ਸਾਡੀ ਗੱਲ ਸੁਣੀ ਬੜੇ ਧਿਆਨ ਨਾਲ, ਵੀ ਭਾਈ ਚਲੋ ਦੇਖੋ ਯਾਰ ਬੜਾ ਮਾੜਾ ਆਇਆ, ਚਲ ਨਹੀਂ ਹੋਣਾ ਚਾਹੀਦਾ। ਕੋਲੋਂ ਹੁਣ ਪੰਗਾ ਕੀ ਪਿਆ ਇੱਥੇ, ਜਦੋਂ ਇੱਕ ਬੰਦਾ ਕੋਈ ਇਹਨਾਂ ਦਾ ਮੁਲਾਜ਼ਮ ਇੰਜੀਨੀਅਰ ਹੈ ਹਰਜੀਤ ਸਿੰਘ, ਉਹ ਕਹਿੰਦਾ ਜਾਓ ਭੱਜੋ, ਅਸੀਂ ਜੋ ਮਰਜ਼ੀ ਕਰਨਾ ਕਰ ਲਓ, ਜਿਹਨੂੰ ਵਜੋ ਜਿਵੇਂ ਇੱਕ ਹੈਂਗੜ ਬਾਜੀ। ਤਾਂ ਕਹਿੰਦੇ ਵੀ ਐਸਾ ਕਹਿੰਦੇ ਸੀ ਕਾਰਪੋਰੇਟ ਕਰਾਣੇ ਵੱਡੇ ਕਰਾਣੇ, ਜਥੇਬੰਦੀ ਕਹਿੰਦੇ ਨੇ ਕਾਰਪੋਰੇਟ ਕਰਾਣੇ ਵੱਡੇ। ਐਸ ਗੱਲ ਕਰਕੇ ਕਹਿੰਦੇ ਸੀ ਵੀ ਕਾਰਪੋਰੇਟ ਕਰਾਣੇ ਨੂੰ ਨਾ ਲਿਆਓ। ਜਥੇਬੰਦੀਆਂ ਧਰਨਾ ਦਿੱਲੀ ਲਾਇਆ, ਸੱਚਾ ਲਾਇਆ ਸੀ। ਅੱਜ ਕਾਰਪੋਰੇਟ ਕਰਾਣੇ ਜੇ ਅੱਜ ਆਖਰਦੇ ਤਾਂ ਹੀ ਵੀ ਵੱਡੇ ਕਾਰਪੋਰੇਟ ਵੱਡੀਆਂ। ਮੈਨੂੰ ਇਹ ਗੱਲ ਦੱਸੋ, ਫੋਨ ਕਿੰਨਾ ਪੁਰਾਣਾ ਹੈਗਾ, ਕਦੋਂ ਲਿਆ? ਇਹ ਮੇਰੇ ਖਿਆਲ 2 ਸਾਲ ਪੁਰਾਣਾ ਹੀ ਆ। ਇਹਦੀ ਗਾਰੰਟੀ ਕਿੰਨਾ ਟਾਈਮ ਸੀ? ਕੋਈ ਗਾਰੰਟੀ ਲਿਖੀ ਹੈ? ਸਾਲ ਇੱਕ ਦੀ ਵਾਰੰਟੀ, ਬਾਕੀ ਕਹਿੰਦੇ 3 ਸਾਲ ਦੀ ਤੁਹਾਡੀ ਗਾਰੰਟੀ ਆ। ਸਾਲ ਦੀ ਵਾਰੰਟੀ ਜਿਵੇਂ ਸਾਲ ਫੋਨ ਸੜ ਜੇ, ਬਾਅਦ ਕਿੰਨਾ ਗਿਆ ਆ ਚੱਕਰ ਹੀ। ਅੱਛਾ, ਹੁਣ ਤੁਸੀਂ ਇੱਥੇ ਕੇਅਰ ਸਰਵਿਸ ਸੈਂਟਰ ਵਾਲਿਆਂ ਨਾਲ ਗੱਲ ਕੀਤੀ ਹੈ, ਕੀ ਕਹਿ ਰਹੇ? ਸਾਰੀ ਗੱਲ ਖਤਮ ਹੋ ਗਈ ਸੀ, ਮੁੱਕ ਗਿਆ ਸੀ ਫੈਸਲਾ, ਜੋ ਕਿ ਮੋਬਾਈਲ ਦੇ ਦੇ, ਚਲੋ ਠੀਕ ਹੈ ਜੀ। ਤੇ ਬਾਕੀ ਉਹ ਕਹਿੰਦੇ ਯਾਰ ਸੌਰੀ ਫੀਲ ਕਰੋ ਯਾਰ, ਵੀ ਅੱਗੇ ਇਸ ਗੱਲ ਦਾ ਅਸੀਂ ਕੰਪਨੀ ਨੂੰ ਕਹਾਂਗੇ ਵੀ ਇਸ ਇਹੋ ਜਿਹੀ ਗਾਂ ਦਿੱਕਤ ਹੋਰ ਨਾ ਆਵੇ, ਇਸ ਗੱਲ ਦੀ ਸੌਰੀ ਫੀਲ ਕਰਦੇ ਹਾਂ। ਕਾਦੀ ਸੌਰੀ ਫੀਲ ਕਰਨ ਵੀ ਇਹ ਪ੍ਰੋਬਲਮ? ਉਹ ਸਾਡੇ ਤੇ ਇਲਜ਼ਾਮ ਰਿਹਾ ਸੀ ਵੀ ਪੈਸੇ ਮੰਗ ਰਹੇ ਨੇ। ਤੁਸੀਂ ਪੈਸੇ ਕੋ ਮੰਗੇ? ਹੁਣ ਸਾਡੇ ਕਹੇ ਗੱਲ ਕਰੋ, ਅਸੀਂ ਤਾਂ ਹੀ ਬੈਠੇ ਆ। ਕੌਣ ਇਲਜ਼ਾਮ ਲਾ ਰਿਹਾ? ਇੱਥੇ ਇਹਨਾਂ ਦਾ ਕੋਈ ਹਰਜੀਤ ਸਿੰਘ ਆ ਉਹਨਾਂ ਦਾ, ਮਤਲਬ ਇਹਨਾਂ ਦੇ ਅੰਦਰ ਹੀ ਅੰਦਰ ਵਾਲੇ ਨਹੀਂ, ਸਟਾਫ ਦੇ ਵਿੱਚ ਅਸੀਂ ਕਹਿੰਦੇ ਉਹ ਮਾਫੀ ਮੰਗ ਲੈ। ਤੁਸੀਂ ਉਹ ਪੈਸੇ ਦੀ ਗੱਲ ਵੱਲੋਂ ਮਾਫੀ ਮੰਗਾਉਣੀ ਚਾਹੁੰਦੇ ਹੋ ਕਿ ਉਹ ਪੈਸੇ ਜਿਹੜੇ ਮੰਗੇ? ਗੱਲ ਜਾਂਦੀ ਕੰਪਨੀ ਵੱਲੋਂ ਮਾਫੀ ਮੰਗੇ ਵੀ ਮੇਰੇ ਯਾਰ ਫੈਟ ਕਹੀ ਗੱਲ ਤੇ ਇੱਕ ਪ੍ਰੋਬਲਮ। ਪਰ ਫੋਨ ਤਾਂ ਕੰਪਨੀ ਤੋਂ ਬਾਹਰ, ਉਹ ਦੂਜਾ ਗਾਰੰਟੀ ਚੋਂ ਬਾਹਰ ਹੋ ਗਿਆ ਨਾ, ਸਾਲ ਦੀ ਗਾਰੰਟੀ ਹੋਗੀ, ਫੋਨ ਤਾਂ ਫਟ ਗਿਆ ਉਦੋਂ। ਸਾਰੇ ਨਾ ਦੇਖੋ ਕਿਤੇ ਲਿਖਿਆ ਨਹੀਂ ਨਾ, ਜਾਣ ਲਿਖਦੇ ਨਾ ਕੰਪਨੀ ਵੀ ਸਾਲ ਬਾਅਦ ਸਪੋਰਟ ਹੋ ਜਾਏ, ਸਾਡਾ ਕੋਈ ਗਾਰੰਟੀ ਨਹੀਂ। ਇਹ ਤਾਂ ਮਤਲਬ ਆਪਾਂ ਬੱਚਿਆਂ ਨੂੰ ਕੀ ਦੇ ਦਿੰਦੇ ਆ, ਕੀ ਆਪਾਂ ਕਰਨੇ ਦੇ ਛੋਟੇ ਬੱਚਿਆਂ ਨੂੰ ਦੇ ਦਿੰਦੇ ਭਾਈ, ਬੱਚੇ ਬੜੇ ਖੇਡੋ ਦੀਆਂ ਵੀ ਬਾਜ਼ਾਰੋਂ ਜਾ ਆਉਣੇ ਆ, ਜੇ ਬੱਚੇ ਦੇ ਕਿਸੇ ਨੁਕਸਾਨ ਤਾਂ ਕੌਣ ਹੁੰਦਾ? ਉਹ ਬੱਚਾ ਮੋਬਾਈਲ ਫੜਦਾ ਪਹਿਲਾਂ। ਇਸ ਕਰਕੇ ਅਸੀਂ ਕੰਪਨੀ ਦੇ ਬੇਟ ਤੇ ਗੜ ਤੇ ਤਾਂ ਬੈਠੇ ਆ। ਇਹਦਾ ਰੌਲਾ ਇਸ ਗੱਲ ਦਾ ਰੌਲਾ ਜੀ। ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਜਥੇਬੰਦੀ ਵੱਲੋਂ ਇਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ, ਜਿਨ੍ਹਾਂ ਦੇ ਵਿਅਕਤੀ ਦੇ ਜੇਬ ਦੇ ਵਿੱਚ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਫੋਨ ਫਟਿਆ ਹੈ,
ਬੰਦਾ ਜਿਹੜਾ ਉਹ ਝੁਲਸਿਆ ਹੈ, ਇਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ। ਪਰ ਦੂਜੇ ਪਾਸੇ ਇੱਕ ਗੱਲ ਹੋਰ ਕਹੀ ਗਈ ਆ ਕਿ ਜਥੇਬੰਦੀ ਜਿਹੜੀ ਆ ਉਹ ਪੈਸੇ ਮੰਗਦੀ ਸੀ, ਇਹਨਾਂ ਦੇ ਸਟਾਫ ਦੇ ਕਿਸੇ ਵਿਅਕਤੀ ਵੱਲੋਂ ਇਹ ਗੱਲ ਕਹੀ ਗਈ ਸੀ। ਇਹ ਗੱਲ ਇਹਨਾਂ ਵੱਲੋਂ ਕਹੀ ਆ। ਹਾਲਾਂਕਿ ਦੂਜਾ ਪੱਖ ਵੀ ਲੈਣ ਦੀ ਕੋਸ਼ਿਸ਼ ਕਰਾਂਗੇ, ਪਰ ਫਿਲਹਾਲ ਦੀਆਂ ਜਿਹੜੀਆਂ ਤਸਵੀਰਾਂ ਹੈਗੀਆਂ ਨੇ ਉਹ ਤੁਹਾਡੇ ਸਾਹਮਣੇ ਨੇ ਕਿ ਫਿਲਹਾਲ ਜਿਹੜਾ ਪਿਛਲੇ 1.5 ਘੰਟੇ ਤੋਂ ਜਿਹੜੇ ਕਿਸਾਨ ਇੱਥੇ ਬੈਠੇ ਆ, ਹਾਲਾਂਕਿ ਤੂੰ ਮੈਂ ਤੱਕ ਜਿਹੜੀ ਗੱਲ ਆਉਂਦੀ ਦਿਖਾਈ ਦੇ ਰਹੀ ਆ। ਵੀਵੋ ਜਿਹੜੀ ਸਰਵਿਸ ਸੈਂਟਰ ਫਿਰੋਜ਼ਪੁਰ ਦੇ ਬਾਹਰ ਅਸੀਂ ਮੌਜੂਦ ਹੈਗੇ ਆ। ਮਸਲਾ ਸਿਰਫ ਔਰ ਸਿਰਫ ਇੱਕੋ ਗੱਲ ਦਾ ਕਿ S1 ਮੋਬਾਈਲ ਜਿਹੜਾ ਜੇਬ ਦੇ ਵਿੱਚ ਫਟ ਗਿਆ ਸੀ। ਫਟਣ ਤੋਂ ਬਾਅਦ ਕੰਪਨੀ ਨਾਲ ਗੱਲ ਕੀਤੀ ਆ। ਕੰਪਨੀ ਦੇ ਨਾਲ ਜਦੋਂ ਗੱਲ ਹੋਈ ਆ ਇੱਥੇ ਵੀਵੋ ਸਰਵਿਸ ਸੈਂਟਰ ਨਾਲ, ਤੇ ਇਹਨਾਂ ਵੱਲੋਂ ਫੋਨ ਬਦਲਣ ਬਾਰੇ ਇਹ ਗੱਲ ਕਹੀ ਗਈ ਸੀ, ਜੋ ਹਾਲਾਂਕਿ ਇਹਨਾਂ ਨੇ ਹਜੇ ਤੱਕ ਸਾਡੇ ਕੈਮਰੇ ਤੇ ਤਾਂ ਨਹੀਂ ਕਹੀ, ਪਰ ਜਿਹੜੀ ਸਾਡੇ ਸੁਣਨ ਚ ਆਉਂਦੀ ਹੈ ਕਿ ਇਹਨਾਂ ਨੇ ਇਹ ਗੱਲ ਕਹੀ ਸੀ। ਪਰ ਹੁਣ ਫਿਲਹਾਲ ਜਿਹੜੀ ਜਾਣਕਾਰੀ ਆ, ਹਜੇ ਇਹਨਾਂ ਨਾਲ ਜਿਹੜੀ ਗੱਲਬਾਤ ਆ ਉਹ ਹੁੰਦੀ ਦਿਖਾਈ ਦੇ ਰਹੀ ਹੈ। ਇਹਨਾਂ ਦਾ ਜਿਹੜਾ ਪੱਖ ਆ ਉਹ ਵੀ ਲੈਣ ਦੀ ਕੋਸ਼ਿਸ਼ ਕਰਾਂਗੇ। ਗੁਰਸੇਵਕ ਕੋਈ ਹੋਈ ਆ ਗੱਲ, ਕੋਈ ਮਸਲਾ ਹੱਲ ਹੁੰਦਾ? ਦੇਖੋ ਜੀ, ਅੱਜ ਤੱਕ ਤਾਂ ਕੋਈ ਮਸਲਾ ਹੱਲ ਨਹੀਂ, ਪੰਜਾਬ ਨਾਲ ਗੱਲ ਚੱਲੀ ਜਾਂਦੀ ਹੈ। ਉਹ ਸੋਮਵਾਰ ਦੇ ਵਿੱਚ ਜਿਹੜਾ ਸੋਮਵਾਰ ਟੀ ਪੁਆਇੰਟ ਪੂਰਾ ਜਾਮ ਕੀਤਾ ਜਾਊਗਾ, ਉਸ ਤੋਂ ਬਾਅਦ ਪੂਰੇ ਜ਼ਿਲ੍ਹੇ ਜਾਮ ਕੀਤੇ ਜਾਣਗੇ ਜਦ ਤੱਕ ਇਹਦੇ ਫੋਨ 1 ਸਾਲ ਦੀ ਗਾਰੰਟੀ ਹੁੰਦੀ ਆ। 2.5 ਸਾਲ ਫੋਨ ਨੂੰ ਹੋ ਗਿਆ, ਗਾਰੰਟੀ ਲੰਘ ਗਿਆ, ਉਦੋਂ ਬਾਅਦ ਫਟਿਆ। ਇਹ ਇਹਨਾਂ ਦਾ ਵੀ ਕਹਿਣਾ ਤੇ ਰੂਲ ਮੁਤਾਬਕ ਵੀ ਇਹ ਸਹੀ। ਦੇਖੋ ਜੀ, 1 ਸਾਲ ਦੀ ਗਾਰੰਟੀ ਦੇਤੀ ਤੇ ਉਹਦੇ ਥੱਲੇ ਇਹ ਸ਼ਬਦ ਤਾਂ ਨਹੀਂ ਲਿਖਿਆ ਵੀ ਮੋਬਾਈਲ ਜੇਬ ਦੇ ਵਿੱਚ ਫਟ ਜੇ, ਕਿਸੇ ਦਾ ਨੁਕਸਾਨ ਹੋ ਜੇ ਤੇ ਕੰਪਨੀ ਜ਼ਿੰਮੇਵਾਰ ਨਹੀਂ ਆ। ਫੋਨ ਡੈੱਡ ਹੋ ਸਕਦਾ, ਫੋਨ ਖਰਾਬ ਹੋ ਸਕਦਾ, ਰਿਪੇਅਰ ਹੋ ਸਕਦਾ, ਪਰ ਮੋਬਾਈਲ ਫਟ ਜਾਵੇ, ਕਿਸੇ ਦਾ ਚਿਹਰਾ ਝੁਲਸਿਆ ਜਾਵੇ, ਉਹਦਾ ਦਿਮਾਗ ਥੋੜਾ ਕੰਮ ਕਰਕੇ ਉਹਨੇ ਸੁੱਟਦਾ, ਜੇ ਮੈਥੇ ਪਟਾਕਾ ਮਾਰ ਜਾਂਦਾ ਤਾਂ ਅੱਖ ਚਲੀ ਜਾ ਸਕਦੀ ਸੀ, ਉਹਦਾ ਮੂੰਹ ਚਲਾ ਜਾ ਸਕਦਾ ਹੈ, ਕੁਝ ਵੀ ਚਲਿਆ ਜਾ ਸਕਦਾ ਹੈ। ਫਿਰ ਉਹਦਾ ਜ਼ਿੰਮੇਵਾਰ ਕੌਣ ਸੀ? ਉਹ ਗੱਲ ਇਹ ਆ ਵੀ ਇਹਨਾਂ ਨੂੰ ਨਾ ਇੱਕ ਧੌਸ, ਇਹਨਾਂ ਧੌਣ ਕਿੱਲਾ ਹੈ ਵੀ ਅਸੀਂ ਗੱਲ ਵੀ ਕਹੀਏ ਤੇ ਲਿਖਣਾ ਵੀ ਨਹੀਂ। ਲਿਖਾਉਣਾ ਕਿਉਂ ਚਾਹੁੰਦੇ ਹੋ? ਕਿਹੜੀ ਗੱਲ ਤੋਂ ਲਿਖਾਉਣਾ? ਬੰਦੇ ਦਾ ਨੁਕਸਾਨ ਹੋ ਜੇ ਬਾਈ, ਮੋਬਾਈਲ ਫਟ ਜਾਵੇ। ਤੁਸੀਂ ਇੱਕ ਗੱਲ ਨੂੰ ਨੋਟ ਕਰ ਲਓ, ਕਿਸਾਨ ਜਥੇਬੰਦੀਆਂ ਦੀ ਮੀਟਿੰਗ ਆ ਮਹੀਨੇ ਬਾਅਦ, 15 ਦਿਨਾਂ ਬਾਅਦ ਡੀਸੀ ਨਾਲ SSP ਨਾਲ ਹੁੰਦੀ ਹੈ। ਉਹਨਾਂ ਦੇ ਮੋਬਾਈਲ ਉਹਨਾਂ ਦੇ ਦਫ਼ਤਰ ਦੇ ਵਿੱਚ ਫਟ ਜਾਵੇ, ਉੱਥੇ ਕੋਈ ਅਫਸਰ ਦਾ ਨੁਕਸਾਨ ਹੋ ਜਾਵੇ ਤੇ ਕੌਣ ਜ਼ਿੰਮੇਵਾਰ ਹੈ? ਕੰਪਨੀ ਤਾਂ ਕਹਿੰਦੀ ਸਾਲ ਦੀ ਅਸੀਂ ਗਾਰੰਟੀ ਦੇਤੀ, ਤੇ ਉਸ ਤੋਂ ਬਾਅਦ ਕੰਪਨੀ ਨੇ ਕਿਤੇ ਬਿੱਲ 'ਚ ਲਿਖਿਆ ਵੀ ਸਾਲ ਬਾਅਦ ਫਟ ਜਾਵੇ, ਜਾਂ ਤੇ ਕੰਪਨੀ ਇਹ ਲਿਖਦੇ ਵੀ ਸਾਲ 1 ਦੀ ਗਾਰੰਟੀ, ਉਦੋਂ ਬਾਅਦ ਫਟ ਜਾਵੇ, ਉਹਦੇ ਬਾਅਦ ਇਹਨੂੰ ਯੂਜ਼ ਨਾ ਕਰੋ, ਕਿਤੇ ਸੱਟ ਦਿਓ, ਨਹਿਰ 'ਚ ਸੱਟ ਦਿਓ ਜੀ, ਧਰਤੀ 'ਚ ਦਬਾ ਦਿਓ, ਇਹਨੂੰ ਨਸ਼ਟ ਕਰ ਦਿਓ, ਕੰਪਨੀ ਵਾਪਸ ਨਾ ਕੰਪਨੀ ਨੂੰ ਵਾਪਸ ਦੇ ਦਿਓ। ਫਿਰ ਤਾਂ ਅਸੀਂ ਤਾਂ ਇਹਨਾਂ ਦੀ ਗੱਲ ਮੰਨ ਲਈਏ ਵੀ ਭਈ ਨਹੀਂ, ਇਹਨਾਂ ਦੇ ਆਹ ਸ਼ਰਤਾਂ ਸੀ। ਸਾਡੇ ਸੁਣਨ 'ਚ ਇਹ ਵੀ ਆਇਆ ਕਿ ਇਹ ਕਹਿੰਦੇ ਕਿ ਅਸੀਂ ਫੋਨ ਵੱਟੀ ਫੋਨ ਤੁਹਾਨੂੰ ਦੇ ਦਿੰਨੇ ਆ, ਪਰ ਫਿਰ ਰੌਲਾ ਕਿਸ ਗੱਲ ਦਾ? ਦੇਖੋ ਜੀ, ਫੋਨ ਵੱਟੀ ਫੋਨ ਦਿੰਦੇ ਆ, ਦੋ ਗੱਲਾਂ ਸੀ। ਫੋਨ ਵੱਟੀ ਫੋਨ ਦਾ ਸਮਝੌਤਾ ਹੋ ਗਿਆ, ਸਮਝੌਤੇ ਤੋਂ ਬਾਅਦ ਇੱਕ ਇਹਨਾਂ ਦਾ ਮੁੰਡਾ ਟਿੱਬੀ ਖੁਰਦ ਦਾ ਨਾਮ ਦਾ ਨਹੀਂ ਪਤਾ ਮੈਨੂੰ, ਉਹਨੇ ਇਹ ਗੱਲ ਕਹੀ ਵੀ ਜਥੇਬੰਦੀ ਪੈਸੇ ਮੰਗਦੀ ਹੈ। ਅਸੀਂ ਕਿਹਾ ਵੀ ਪੈਸੇ ਮੰਗਦੀ, ਜਿਹੜੇ ਬੰਦੇ ਨੇ ਤੇ ਤੋਂ ਪੈਸੇ ਲਿਆਂਦੇ ਆ, ਇੱਥੇ ਆ ਕੇ ਗੱਲ ਅੜ ਗਈ ਵੀ ਉਹ ਬੰਦਾ ਸਾਡੇ ਮੂੰਹ ਤੇ ਲਿਆ। ਉਹ ਕਹਿੰਦਾ ਵੀ ਸੁਣੀ ਸੁਣਾਈ ਗੱਲ ਹੈ। ਮੈਂ ਕਿਹਾ ਵੀ ਸੁਣੀ, ਜਿੱਤੋਂ ਤੂੰ ਸੁਣੀ ਉਹਨੂੰ ਲੈ ਆ, ਜਿੱਤੋਂ ਤੂੰ ਸੁਣ ਲਈ ਗੱਲ ਉਹਨੂੰ ਲੈ ਆ। ਕਹਿੰਦਾ ਉਹ ਤੋਂ ਬੰਦਾ ਭੇਜ ਨਹੀਂ ਹੋਇਆ। ਅਸੀਂ ਕਿਹਾ ਵੀ ਜਾਂ ਤਾਂ ਉਸ ਗੱਲ ਤੇ ਮਾਫੀ ਮੰਗ ਲਓ। ਫਿਰ ਦੂਸਰੀ ਗੱਲ ਇੱਥੇ ਹੋਈ ਵੀ ਅਸੀਂ ਇਹਨਾਂ ਨੂੰ ਇੰਨੀ ਗੱਲ ਜ਼ਰੂਰ ਕਹੀ ਵੀ ਜੇ 20,000 ਦਾ ਮੋਬਾਈਲ ਹੈ, ਮੰਨ ਲਓ ਸਾਨੂੰ 20,000 ਦਾ ਮੋਬਾਈਲ ਦਿੰਦੇ ਨੇ, ਉਸ 20,000 ਦੀ ਪੇਮੈਂਟ ਦੇ ਵਿੱਚ ਜੇ 4 ਮੋਬਾਈਲ ਆ ਜਾਣ, ਜਿਵੇਂ ਮੰਨ ਲਓ 5-5 4-4 ਹਜ਼ਾਰ ਦੇ ਛੋਟੇ ਫੋਨ, ਉਹ ਦੇ ਦਿਓ, ਛੋਟੇ ਫੋਨ ਉਸੇ ਕੀਮਤ ਦੇ ਵਿੱਚ। ਕਹਿੰਦੇ ਵੀ ਤੁਸੀਂ 4 ਮੋਬਾਈਲ ਕਿਉਂ ਮੰਗਦੇ ਹੋ? ਅਸੀਂ ਕੀਮਤ ਥੋੜੀ ਤੁਹਾਡੇ ਤੋਂ 22,000 ਮੰਗਦੇ ਹਾਂ ਜਾਂ 21,000 ਮੰਗਦੇ ਹਾਂ। ਅਸੀਂ ਕਹਿ ਰਹੇ ਹਾਂ ਕਿ 20,000 ਦੇ ਜੇ ਛੋਟੇ ਮੋਬਾਈਲ ਆਉਂਦੇ ਆ, ਸਾਨੂੰ ਛੋਟੇ ਦੇ ਦਿਓ। ਪਰ ਮੋਬਾਈਲ ਦੀ ਗੱਲ ਇੱਥੇ ਨਹੀਂ ਰਹੇਗੀ, ਮੋਬਾਈਲ ਤੇ ਲਵਾਂਗੇ। ਗੱਲ ਹੁਣ ਇਹ ਮਾਫੀ ਤੇ ਰਹੇਗੀ ਕਿ ਕਿਸਾਨ ਜਥੇਬੰਦੀ ਨੂੰ ਇਹਨਾਂ ਪੈਸੇ ਦੀ ਮੰਗ ਕੀਤੀ, ਅੱਜ ਸਾਨੂੰ ਕਿਹਾ ਕੱਲ ਨੂੰ 100 ਬੰਦੇ ਨੂੰ ਹੋਰ ਪੈਸੇ ਦੀ ਮੰਗ ਵਾਕਿਆ ਕੀਤੀ ਕਿ ਨਹੀਂ ਕੀਤੀ? ਕੋਈ ਸਾਬਤ ਕਰ। ਕਿਸੇ ਵੀ ਬੰਦੇ ਵੱਲੋਂ ਤੁਸੀਂ ਗਾਰੰਟੀ ਦਿੰਦੇ ਹੋ? ਤੁਹਾਡੇ ਕਿਸੇ ਵੀ ਬੰਦੇ ਨੇ ਗੱਲ? ਇਹਨਾਂ 100 ਸਾਲ ਤੱਕ ਗੱਲ ਨਿਕਲ ਆਵੇ ਤੇ ਸਿਰ ਦੇ ਦੂੰਗਾ ਆਪਦਾ। ਸਾਡੀ ਕਿਸਾਨ ਜਥੇਬੰਦੀ ਇਹੋ ਜਿਹੀ ਹੈ, 1 ਰੁਪਏ ਦੀ ਆਵਾਜ਼ਾਰ ਨਹੀਂ ਅੱਜ ਤੱਕ ਜੋ ਕੰਮ ਕਰਨ ਲੱਗੀ। ਮੇਨ ਮਸਲਾ ਇਹੀ ਆ ਵੀ ਇਹਨਾਂ ਵੱਲੋਂ ਸਰਵਿਸ ਸੈਂਟਰ ਵਾਲਿਆਂ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਆ, ਜੋ ਤੁਹਾਨੂੰ ਪਿੰਚ ਕਰ ਗਈ ਆ, ਵੀ ਜਿਹੜੇ ਪੈਸੇ ਜਥੇਬੰਦੀ ਮੰਗਦੀ, ਹਾਲਾਂਕਿ ਮੋਬਾਈਲ ਤਾਂ ਮਿਲਣੇ ਮਿਲਣੇ, ਮੋਬਾਈਲ ਤਾਂ ਲੈਣਾ ਹੀ ਲੈਣਾ, ਪਰ ਜਿਹੜੇ ਪੈਸੇ ਮੰਗਦਾ ਸਿਰਫ ਇਸੇ ਗੱਲ ਦਾ ਹੀ ਹੁਣ ਰੌਲਾ ਲਾ। ਜਾਂ ਸਾਬਤ ਕਰੋ ਜਾਂ ਮਾਫੀ ਮੰਗੋ। ਕੀ ਮਾਫੀ ਲਈ ਕੋਈ ਗੱਲ ਹੋਈ ਇਹਨਾਂ ਨਾਲ? ਦੇਖੋ ਜੀ, ਮਾਫੀ ਮੰਗਦੇ ਗੋਲਮੋਲ ਮੰਗਦੇ ਆ ਵੀ ਸਾਨੂੰ ਪਤਾ ਨਹੀਂ, ਸਾਨੂੰ ਨਹੀਂ ਪਤਾ ਲੱਗਿਆ, ਜਾਂ ਇਹਨਾਂ ਨੂੰ ਕਹਿਣ 'ਚ ਭੁਲੇਖਾ ਲੱਗਿਆ। ਜਦੋਂ ਅਸੀਂ ਕਿਹਾ ਹੀ ਕੁਛ ਨਹੀਂ, ਜਾਂ ਸਿੱਧਾ ਕਹਿਣ ਵੀ ਭਾਈ ਸਾਨੂੰ ਇਸ ਚੀਜ਼ ਦਾ ਭੁਲੇਖਾ ਲੱਗਿਆ, ਅਸੀਂ ਆਹ ਗੱਲ ਕਹਿ ਬੈਠੇ ਹਾਂ, ਅਸੀਂ ਇਹ ਗੱਲ ਨੂੰ ਆਪਣੀ ਨੂੰ ਵਾਪਸ ਲੈਨੇ ਆ ਤੇ ਇਹ ਗੱਲ ਨੂੰ ਛੱਡ ਕੇ ਅਸੀਂ ਸਮਝੌਤਾ ਕਰ ਲੈਨੇ ਆ, ਅਸੀਂ ਤਿਆਰ ਆ। ਬਾਕੀ ਜਿਹੜੀ ਦੂਸਰੀ ਗੱਲ ਹੈ, ਸੋਮਵਾਰ 18 ਜ਼ਿਲ੍ਹੇ ਜਾਮ ਹੋਣਗੇ ਪੰਜਾਬ ਦੇ, 18 ਜ਼ਿਲ੍ਹੇ ਜਾਮ ਹੋਣਗੇ ਜਦ ਤੱਕ ਇਹਨਾਂ ਦੇ FRI ਨਹੀਂ ਹੋਣਗੇ, ਰੋਡ ਨਹੀਂ ਖੋਲਣਗੇ, ਵੱਡੇ ਮੇਨ ਰੋਡ ਜਾਮ ਕਰਾਂਗੇ। ਦੂਜੀ ਧਿਰ ਦੇ ਨੇ ਇੱਥੋਂ ਅੱਗੇ ਆ ਜਾਓ ਥੋੜਾ ਜਿਹਾ। ਕੀ ਨਾਮ ਤੁਹਾਡਾ? ਮੇਰੇ ਵਿਸ਼ਵਮਿਤ ਨਾਮ ਹੈ, ਸਾਡੇ ਵੀ ਸਰਵਿਸ ਸੈਂਟਰ ਦੇ EMPLOYE ਨੇ। ਠੀਕ ਹੈ ਜੀ, ਇਹਨਾਂ ਜੇ ਜਥੇਬੰਦੀਆਂ ਆਈਆਂ ਸੀਗੀਆਂ ਜੀ, ਇਹਨਾਂ ਨਾਲ ਗੱਲਬਾਤ ਹੋਈ ਹੈ ਵੀ ਇਹ ਜਿਹੜੇ ਫੋਨ ਦੇ ਬਾਰੇ ਤੁਹਾਨੂੰ ਫੋਨ ਦਿੱਤਾ ਜਾਂਦਾ ਪਿਆ, ਸਾਰੀ ਗੱਲਬਾਤ ਹੋ ਗਈ ਸੀਗੀ। ਇਹਨਾਂ ਦੇ ਫੋਨ 2.5 ਸਾਲ ਤੋਂ ਉੱਪਰ ਹੋ ਚੁੱਕਿਆ, ਉਹਨੂੰ ਉਹ ਆਊਟ ਆਫ ਵਾਰੰਟੀ ਹੈ। ਜੇ ਬਲਾਸਟ ਹੋ ਗਿਆ ਵਾ, ਸਾਡੇ ਜਿਹੜੇ EMPLOYEES ਆ ਉਹ ਫੋਨ ਬਦਲੇ ਫੋਨ ਦੇ ਰਹੇ ਨੇ। ਗੱਲ ਇੱਥੇ ਹੁੰਦੀ ਹੈ ਜੀ, ਜਦੋਂ ਬਾਈ ਜੀ ਨੇ ਕਿਹਾ ਜੀ ਹਰਜਾਨਾ ਕੀ ਭਰੋਗੇ ਉਸ ਬੰਦੇ ਦਾ ਜਿਹਦਾ ਮੂੰਹ ਝੁਲਸਿਆ ਜੀ, ਤੇ ਸਾਡੇ ਬੰਦੇ ਨੇ ਕਹਿ ਦਿੱਤਾ ਵੀ ਹਰਜਾਨਾ ਕਿਸ ਗੱਲ ਦਾ, ਤੁਸੀਂ ਪੈਸੇ ਤਾਂ ਕਹਿੰਦੇ ਪਏ ਹੋ ਜੀ।
ਇੰਨੀ ਗੱਲ ਹੋਈ ਜੀ। ਹਰਜਾਨਾ ਆਪਾਂ ਕਿਸ ਗੱਲ ਨੂੰ ਕਹਿੰਦੇ ਆ? ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਇੱਕ ਸੈਕਿੰਡ ਮੈਂ ਤੁਹਾਡੇ ਕੋਲ ਵੀ ਆਉਣਾ। ਇਹਨਾਂ ਨੇ ਜਿਹੜੀ ਗੱਲ ਹੁਣ ਕਹੀ ਆ ਵੀ ਸਿਰਫ ਮਿਸ ਅੰਡਰਸਟੈਂਡਿੰਗ ਹੋਈ ਆ ਵੀ ਪੈਸੇ ਦੀ ਗੱਲ, ਤੁਸੀਂ ਮੌਕੇ ਤੇ ਮੌਜੂਦ ਸੀ ਜਾਂ ਤੁਹਾਡਾ ਕੋਈ ਬੰਦਾ ਮੌਜੂਦ ਸੀ ਜਦੋਂ ਪੈਸੇ ਮੰਗੇ ਆ? ਮੈਂ ਖੁਦ ਸੀ। ਗੱਲ ਇਹ ਇਸ ਤਰੀਕੇ ਨਾਲ ਗੱਲ ਹੋਈ, ਸੱਚਾਈ ਨਾਲ ਉਵੇਂ ਹੀ ਦੱਸ। ਦੱਸ ਦੇਣਾ, ਕੋਲ ਹੀ ਖੜੇ ਆ। ਜੇ ਗੱਲ ਇੱਕ ਵੀ ਸ਼ਬਦ ਝੂਠ ਹੋ ਜਾਏ ਤੇ ਉੱਥੇ ਨਾ ਕਰ ਦੇਣਾ। ਗੱਲ ਇਹ ਹੋਈ ਵੀ ਮੋਬਾਈਲ ਵੰਡੇ ਮੋਬਾਈਲ ਦੇ ਰਹੇ ਹੋ, ਜਿਹੜੇ ਬੰਦੇ ਦਾ ਨੁਕਸਾਨ ਹੋਇਆ ਉਹਦਾ ਕੀ ਕਰੋਗੇ? ਉਹਦਾ ਕੀ ਕਰੋਗੇ? ਦੇਖੋ ਜੀ, ਉਹ ਬੰਦੇ ਦੇ ਪੈਸੇ ਲੱਗੇ ਹੋਣਗੇ, ਇਹਨਾਂ ਨੂੰ ਪੈਸੇ ਦੇ ਕੇ ਮੋਬਾਈਲ ਲਿਆ, ਉਹਦਾ 5000 ਖਰਚਾ ਹੋਇਆ, ਉਹਦਾ 4000 ਹੋਇਆ। ਜਾਂ ਤਾਂ ਉਹ ਬੰਦੇ ਨੂੰ ਉਹਨੇ ਪੈਸੇ ਜਿਹੜੇ ਆ ਕਿ ਹਸਪਤਾਲ ਦਾ ਖਰਚਾ ਜਿਹੜਾ ਉਹਨੂੰ ਦੇਣ। ਜੇ ਉਹਨੇ ਹਸਪਤਾਲ ਦਾ ਖਰਚਾ ਨਹੀਂ ਦੇਣਾ ਤੇ ਫਿਰ ਇਹ 4 ਬੰਦੇ ਜਾਣ, ਉਹਦੇ ਘਰੇ ਜਾਣ, ਉਹਨੂੰ ਜਾ ਕੇ ਕਹਿਣ ਵੀ ਭਾਈ ਸਾਡੀ ਕੰਪਨੀ ਦੀ ਗਲਤੀ ਸੀ, ਮੋਬਾਈਲ ਫਟ ਗਿਆ, ਅਸੀਂ ਤੇਰੇ ਤੋਂ ਮਾਫੀ ਮੰਗਦੇ ਸੀ, ਉਹਦਾ ਜਿਹੜਾ ਖਰਚਾ ਜਿਹੜਾ ਤੁਹਾਨੂੰ ਨਹੀਂ ਪਾਉਂਦੇ। ਜਿਹੜੀ ਫੋਨ ਦੀ ਗੱਲਬਾਤ ਹੈ ਜੀ, ਫੋਨ ਦਾ ਵੀ ਇਸ ਤਰ੍ਹਾਂ ਵਾ, ਜਿਹੜਾ ਕਿ ਫੋਨ ਦਾ ਮੁੱਲ ਹੈਗਾ 4450 ਰੁਪਈਆ, ਉਹਦੇ ਬਦਲੇ ਅਸੀਂ ਪਹਿਲਾਂ ਹੀ ਇਹਨਾਂ ਨੂੰ 15,500-16,000 ਵਾਲਾ ਸੈੱਟ ਦਿੰਨੇ ਪਏ, ਨਵੇਂ ਮਾਡਲ ਦਾ ਜਿਹੜਾ ਇਸ ਟਾਈਮ ਆਉਂਦਾ ਪਿਆ। ਠੀਕ ਹੈ ਜੀ। ਜਦੋਂ ਇਹਨਾਂ ਨਾਲ ਗੱਲਬਾਤ ਹੋ ਗਈ ਜੀ, ਤੁਹਾਨੂੰ ਸੈੱਟ ਬਟੇ ਸੈੱਟ ਦੇ ਦਿੰਨੇ ਆ। ਇਹਨਾਂ ਦਾ ਇੱਕੋ ਹੀ ਲਫ਼ਜ਼ ਸੀਗਾ ਜੀ, ਤੁਸੀਂ ਹਰਜਾਨਾ ਕੀ ਭਰੋਗੇ, ਉਸ ਬੰਦੇ ਦਾ ਕੀ ਕਰੀਏ? ਤੇ ਸਾਡੇ EMPLOYE ਨੇ ਇਹਨਾਂ ਨੂੰ ਕਹਿ ਦਿੱਤਾ ਵੀ ਬਾਈ ਜੀ, ਜੇ ਤੁਸੀਂ ਹਰਜਾਨੇ ਦੀ ਗੱਲ ਕਰਦੇ ਜੇ, ਪੈਸੇ ਵਾਲਾ ਕੰਮ ਮੈਂ ਨਹੀਂ ਕਰ ਸਕਦਾ ਜੀ, ਪੈਸੇ ਵਾਲਾ ਕੰਮ ਨਹੀਂ ਹੋਣਾ। ਹਰਜਾਨੇ ਦਾ ਮਤਲਬ ਤਾਂ ਪੈਸਾ ਹੀ ਹੈ ਜੀ। ਜੇ ਤੁਹਾਡਾ ਮੇਰਾ ਐਕਸੀਡੈਂਟ ਹੁੰਦਾ, ਜੇ ਮੇਰੀ ਗੱਡੀ ਵੱਜੀ ਹੈ, ਮੈਂ ਉਹਦਾ ਵੀ ਬੰਪਰ ਪਵਾ ਕੇ ਦੇਣਾ, ਮੈਂ ਪੈਸਿਆਂ ਨਾਲ ਹੀ ਪਵਾ ਕੇ ਦਊਂਗਾ ਨਾ, ਪੈਸੇ ਨਾਲ ਹੀ ਗੱਲ ਮੁੱਕਦੀ ਜੀ। ਉਸ ਬੰਦੇ ਦੀ ਜੇ ਥੋੜੀ ਜਿਹੀ ਮਿਸਅੰਡਰਸਟੈਂਡਿੰਗ ਹੈ, ਇਹਨਾਂ ਨੂੰ ਪਿੰਚ ਹੋਈ ਹੈ ਉਹ ਗੱਲ ਵੀ ਸਾਨੂੰ ਉਹਨੇ ਪੈਸੇ ਵਾਲੀ ਗੱਲ ਕਿਉਂ ਆਖੀ। ਕਲੀਅਰ ਕਿਵੇਂ ਹੋ ਸਕਦੀ ਹੈ? ਅਸੀਂ ਤਾਂ ਕਲੀਅਰ ਕਰਨ ਬੈਠੇ ਹਾਂ ਜੀ। ਅਸੀਂ ਕਿਹਾ ਸੀਗਾ ਜੀ ਤੁਹਾਨੂੰ ਅਸੀਂ ਜਿਹੜਾ ਸੈੱਟ ਤੁਹਾਨੂੰ ਅਸੀਂ ਦਿੰਨੇ ਪਏ ਆ। ਇਹ ਕਹਿੰਦੇ ਜੀ ਮਾਫੀ ਮੰਗਾਓ ਬੰਦੇ ਤੋਂ। ਜੇ ਹੁਣ ਜੇ ਮਾਫੀ ਦੀ ਗੱਲ ਆਉਂਦੀ ਹੈ ਵੀ ਸਾਡੇ ਕੋਲੋਂ ਇਹਨਾਂ ਦੇ ਬੰਦੇ ਨੇ 4 ਸੈੱਟ ਮੰਗੇ ਨੇ। ਠੀਕ ਹੈ ਜੀ। ਪਹਿਲੀ ਗੱਲ ਤਾਂ ਜੀ 5000 ਦਾ ਕੋਈ ਸੈੱਟ ਆਉਂਦਾ ਨਹੀਂ ਵੀਵੋ ਦਾ, 10000 ਦਾ ਸੈੱਟ ਆਉਂਦਾ ਤੇ 11000 ਦਾ ਸੈੱਟ ਆਉਂਦਾ ਜੇ। ਤੇ ਜਿਹੜਾ ਅਸੀਂ ਸੈੱਟ ਅਸੀਂ ਪਹਿਲਾਂ ਤੁਹਾਨੂੰ ਦੇਣੇ ਪਏ ਹਾਂ ਸੈੱਟ ਬਦਲੇ, ਪਹਿਲਾਂ ਹੀ ਉਹ 3 ਗੁਣਾ ਉਤਲੀ ਕੀਮਤ ਦਾ ਵਾ ਜਿਹੜਾ ਅਸੀਂ ਤੁਹਾਨੂੰ ਦੇ ਰਹੇ ਹਾਂ। ਉਸ ਤੋਂ ਬਾਅਦ ਵੀ ਬਾਈ ਜੀ ਕਹਿਣਗੇ ਸਾਨੂੰ ਪੈਸਿਆਂ ਵਾਲੀ। ਬਾਈ ਜੀ ਨੂੰ ਰੋਕਿਆ ਵੀ ਉਦੋਂ ਬਾਈ ਜੀ ਬਹਿ ਕੇ ਗੱਲ ਸੁਣੋ, ਇਹ ਉੱਠ ਕੇ ਬਾਹਰ ਨੂੰ ਹੋ ਗਏ। ਉਦੋਂ ਇਹਨਾਂ ਨੇ ਇੱਕ ਲਫ਼ਜ਼ ਬੋਲਿਆ, ਉਸ ਟਾਈਮ ਇਹਨਾਂ ਨੇ ਲਫ਼ਜ਼ ਬੋਲਿਆ ਜੀ, ਜੇ ਤੁਸੀਂ ਹਰਜਾਨਾ ਨਹੀਂ ਭਰਨਾ ਤੇ 1000 ਬੰਦਾ ਮੈਂ ਬਾਹਰ ਜਿਹੜੇ ਸਰਵਿਸ ਸੈਂਟਰ ਦੇ ਬਾਹਰ ਲਾ ਦਾਂਗਾ। ਠੀਕ ਹੈ ਜੀ। ਉਸ ਤੋਂ ਬਾਅਦ ਜੀ ਸਾਡੇ ਬੰਦੇ ਨੇ ਵੀ ਕਹਿ ਦਿੱਤਾ ਬਾਈ ਜੀ ਜੇ ਤੁਸੀਂ ਬੰਦਾ ਪਾਓਗੇ ਸਾਡੇ ਕੋਲ ਵੀ ਬੰਦੇ ਹੈਗੇ ਨੇ। ਤਲਖੀ ਉੱਥੋਂ ਵੱਧ ਗਈ। ਹਾਂਜੀ। ਬਾਈ ਜੀ ਬਾਹਰ ਚਲੇ ਗਏ ਨੇ, ਇਹਨਾਂ ਨੂੰ ਬਾਹ ਫੜਨ ਦੀ ਕੋਸ਼ਿਸ਼ ਕੀਤੀ ਕਿ ਬਾਈ ਜੀ ਬਾਹਰ ਹੀ ਚਲੇ ਗਏ। ਉਸ ਤੋਂ ਬਾਅਦ ਜੀ 2-2.5 ਘੰਟੇ 3 ਘੰਟੇ ਜਿਹੜੇ ਹੋ ਚੱਲੇ ਨੇ ਵੀ ਗੱਲ ਨਹੀਂ ਨਿਬੜਦੀ ਪਈ। ਕਿਵੇਂ ਨਿਬੜ ਸਕਦੀ ਆ? ਤੁਸੀਂ ਸਾਹਮਣੇ ਖੜੇ ਜੇ, ਪੁਲਿਸ ਅਧਿਕਾਰੀ ਵੀ ਖੜੇ ਆ। ਅਸੀਂ ਕੈਮਰਿਆਂ ਨੂੰ ਸਾਈਡ ਤੇ ਕਰ ਲੈਨੇ, ਜੇ ਕੈਮਰੇ ਤੇ ਨਹੀਂ ਨਿਬੇੜਨੀ ਤੈਨੂੰ ਕਿਸੇ ਹਿਸਾਬ ਨਾਲ। ਬਾਈ ਜੀ ਗੱਲ ਨਿਬੜ ਹੀ ਗਈ ਹੈ ਭਰਾ, ਸੈੱਟ ਵੈਸੇ ਸੈੱਟ ਅਸੀਂ ਦੇਣੇ ਪਏ ਆ। ਠੀਕ ਹੈ ਜੀ। ਸੈੱਟ ਵੱਟੇ ਸੈੱਟ ਗੱਲ ਨਿਬੜਦੀ ਪਈ। ਬਈ ਜਿਹੜੀ ਪੈਸੇ ਦੀ ਗੱਲ ਹੈ, ਜਾਂ ਤਾਂ ਸਾਬਤ ਕਰਨ ਪੈਸੇ ਮੰਗੇ ਨੇ, ਜਾਂ ਫਿਰ ਸੌਰੀ ਕਰ ਲੈ ਕਹਿ ਲੈਣ। ਪੈਸੇ ਦੀ ਗੱਲ ਤਾਂ ਹੋਈ ਨਹੀਂ। ਮੈਂ ਤੈਨੂੰ ਪੈਸੇ ਵਾਲੀ ਗੱਲ ਤਾਂ ਮੈਂ ਸਾਫ਼ ਗੱਲ ਦੱਸਤੀ। ਮੈਂ ਤੈਨੂੰ ਸਟੇਟਮੈਂਟ ਦੇ ਰਿਹਾ ਮੈਂ ਪੈਸਿਆਂ ਵਾਲੀ ਵੀ ਇਹ ਹਰਜਾਨਾ ਕਹਿ ਰਹੇ ਸੀਗੇ ਤੇ ਉਹਨਾਂ ਨੇ ਅੱਗੋਂ ਬੰਦੇ ਨੇ ਕਹਿ ਦਿੱਤਾ, ਕਹਿੰਦਾ ਯਾਰ ਜੇ ਤੁਸੀਂ ਪੈਸਾ ਕਹਿੰਦੇ, ਪੈਸਾ ਨਹੀਂ ਮੈਂ ਕਰ ਸਕਦਾ ਕਿਉਂਕਿ ਅਸੀਂ ਸੈੱਟ ਬੰਦਾ ਦੇ ਸਕਦੇ। ਇਹ ਸਿਰਫ ਵਰਡਸ। ਪੈਸੇ ਵਾਲੀ ਤਾਂ ਹੁਣ ਗੱਲ ਖਤਮ ਹੋ ਗਈ। ਉਹ ਤਾਂ ਇਹਨਾਂ ਨੇ ਉਹ ਤਾਂ ਗੱਲ ਕਲੀਅਰ ਕਰਤੀ। ਉਹ ਤਾਂ ਕਹਿੰਦੇ ਵੀ ਮੰਗਿਆ। ਅਗਰ ਇਹ ਕਹਿੰਦੇ ਵੀ ਪੈਸਾ ਜੇ ਮੰਗਿਆ, ਨਹੀਂ ਮੇਰੀ ਗੱਲ ਸੁਣੋ, ਮੇਰੀ ਇੱਕ ਸੈਕਿੰਡ ਦਿਓ ਮੈਨੂੰ, 1 ਸੈਕਿੰਡ। ਇਹ ਕਹਿੰਦੇ ਵੀ ਦੂਜਾ ਪੁਆਇੰਟ ਸਾਡਾ ਇਹ ਆ ਵੀ ਸਾਡੇ ਤੇ ਇਲਜ਼ਾਮ ਲੱਗ ਗਿਆ ਵੀ ਕੱਲ ਨੂੰ ਸਾਡੇ ਤੇ ਇਲਜ਼ਾਮ ਲੋਕ ਕਹਿਣਗੇ ਵੀ ਜਥੇਬੰਦੀ ਪੈਸੇ ਲੈਂਦੀ। ਮੇਨ ਗੱਲ ਤਾਂ ਇਹ ਹੋ ਗਈ। ਇੰਨੀ ਗੱਲ ਨਹੀਂ ਆਖੀ ਵੀ ਤੁਹਾਡੇ ਤੋਂ ਵੀ ਇਹਨਾਂ ਨੇ ਪੈਸਾ ਮੰਗਿਆ, ਇਹ ਗੱਲ ਨਹੀਂ ਆਖੀ ਸਾਡੇ EMPLOYE ਨੇ। ਉਹਨਾਂ ਨੇ ਇਹ ਗੱਲ ਕਿਹਾ ਵੀ ਤੁਸੀਂ ਹਰਜਾਨਾ ਭਰਨਾ ਕਿਹਨੂੰ ਕਹਿੰਦੇ ਹੋ, ਪੈਸੇ ਨਹੀਂ ਮੈਂ ਦੇ ਸਕਦਾ। ਉਹ ਤਾਂ ਆਪ 8000 9000 ਤੇ ਲੱਗਾ ਹੋਇਆ, ਉਹ ਕਿੱਥੋਂ ਹਰਜਾਨੇ ਭਰੂਗਾ ਵੀਰੇ? ਦੇਖੋ ਜੀ, ਹਰਜਾਨਾ ਕੋਈ ਕਿਸਾਨ ਜਥੇਬੰਦੀ ਨੇ ਨਹੀਂ ਲੈਣਾ ਸੀ, ਉਹ ਬੰਦੇ ਦੇ ਇਲਾਜ ਲਈ 2-4 ਲੱਗੇ, ਉਹ ਬੰਦੇ ਨੇ ਦੇਣਾ। ਪਹਿਲੀ ਗੱਲ, ਜਾਂ ਉਹਦੇ ਕੋਲ ਜਾ ਕੇ ਮਾਫੀ ਮੰਗ ਲੈਣ ਵੀ ਮੋਬਾਈਲ ਸਾਡਾ ਫਟ ਗਿਆ, ਵੀਰ ਅਸੀਂ ਤੇਰਾ ਇਲਾਜ ਨਹੀਂ ਕਰਾ ਸਕਦੇ, ਤੂੰ ਆਪਦਾ ਇਲਾਜ ਜਿਹੜਾ ਆਪ ਕਰਾ ਲਾ। ਜਿਹੜੀ ਗੱਲ 2 ਤਰ੍ਹਾਂ ਦਾ ਇਹਦੇ 'ਚ, ਇੱਕ ਹੁੰਦਾ ਹਰਜਾਨਾ, ਇੱਕ ਹੁੰਦਾ ਪੈਸਾ। ਹਰਜਾਨਾ ਉਹਨੂੰ ਕਿਹਾ ਜਾਂਦਾ ਵੀ ਜੋ ਉਹਦਾ ਇਲਾਜ ਦਾ ਪੈਸਾ ਉਹਨੂੰ ਦੇ ਦਿਓ, ਜਾਂ ਉਹਦੇ ਘਰੇ ਜਾ ਕੇ ਮਾਫੀ ਮੰਗ ਲਓ ਵੀ ਇਹ ਪੈਸੇ ਨਹੀਂ ਦੇ ਸਕਦੇ ਭਾਈ, ਤੇਰੇ ਇਲਾਜ ਦੇ ਅਸੀਂ ਮਾਫੀ ਮੰਗਦੇ ਹਾਂ। ਕੋਈ ਇਹਨਾਂ ਦੇ ਬਰਖਲਾਫ ਜਥੇਬੰਦੀ ਨੇ ਸ਼ਰਤ ਰੱਖੀ ਹੋਵੇ ਪੈਸੇ ਦੀ ਵੀ ਆਹ ਪੈਸਾ ਦਿਓ ਜਾਂ ਆਹ ਕਰੋ, ਫਿਰ ਅਸੀਂ ਗੁਨਾਹਗਾਰ ਹਾਂ। ਇਹ ਤੇ ਇੱਕ ਬਹਾਨੇਬਾਜ਼ੀ ਹੈ। ਠੀਕ ਹੈ। ਜੇ ਕਿਸਾਨ ਜਥੇਬੰਦੀ ਨੇ ਪੈਸੇ ਨਹੀਂ ਦਿੱਤੇ, ਪੈਸੇ ਨਹੀਂ ਮੰਗੇ, ਤੇ ਫਿਰ ਇਹਨਾਂ ਨੂੰ ਗੱਲ ਆਪਣੀ ਵਾਪਸ ਲੈਣੀ ਚਾਹੀਦੀ ਹੈ ਵੀ ਅਸੀਂ ਗਲਤੀ ਦੇ ਵਿੱਚ ਇਹ ਗੱਲ ਕਹਿ ਬੈਠੇ ਹਾਂ ਤੇ ਗੱਲ ਖਤਮ ਹੋ ਗਈ। ਇਹ ਹੁਣ ਕਹਿੰਦੇ ਗੱਲ ਵਾਪਸ ਲੈਣੀ ਬਣਦੀ। ਬਾਈ ਜੀ ਤੁਹਾਨੂੰ ਉਹੀ ਤਾਂ ਗੱਲ ਕਹਿੰਦੇ ਪਏ ਆ ਵੀ ਪੈਸੇ ਵਾਲੀ ਗੱਲ ਤਾਂ ਸਾਡੇ EMPLOYE ਨੇ ਆਖੀ ਨਹੀਂ ਵੀ ਤੁਸੀਂ ਭਾਜੀ ਵੇਖੋ ਮੇਰੀ ਸੁਣੋ ਗੱਲ, ਲਾਈਵ ਚੱਲਦਾ ਪਿਆ। ਮੇਰੀ 1 ਸੈਕਿੰਡ, ਮੈਨੂੰ 1 ਸੈਕਿੰਡ ਦਿਓ। ਜੇ ਐਵੇਂ ਬਹਿਸ ਕਰਾਂਗੇ ਘੰਟਾ ਚੱਲ ਜੂ। ਲਾਈਵ ਚੱਲਦਾ। ਉਹ ਕਹਿੰਦੇ ਆ ਵੀ ਇਹਨਾਂ ਨੇ ਕਿਹਾ ਵੀ ਇਹਨਾਂ ਦੇ ਕਿਸੇ ਮੁਲਾਜ਼ਮ ਨੇ ਪੈਸੇ ਮੰਗ ਕੀਤੀ ਹੈ ਜਥੇਬੰਦੀ ਨੇ। ਉਹਨਾਂ ਨੂੰ ਇਹ ਗੱਲ ਪਿੰਚ ਕਰ ਗਈ ਜਥੇਬੰਦੀ ਨੂੰ ਇਹ ਗੱਲ ਪਿੰਚ ਕਰ ਗਈ ਵੀ ਅਸੀਂ ਪੈਸੇ ਤੇ ਇਲਜ਼ਾਮ ਲੱਗਦਾ। ਉਹਨੂੰ ਕਿਵੇਂ ਕਲੀਅਰ ਕਰ? ਮੈਂ ਤੈਨੂੰ ਉਹੀ ਗੱਲ ਦੱਸ ਰਿਹਾ ਬ੍ਰਦਰ, ਸਾਡੇ EMPLOYE ਨੂੰ ਮਿਸਅੰਡਰਸਟੈਂਡਿੰਗ ਹੋਈ ਹੈ। ਇਹਨਾਂ ਨੇ ਹਰਜਾਨਾ ਕਿਹਾ ਤੇ ਉਹਨੂੰ ਕੈਸ਼ ਲੱਗਿਆ, ਕਹਿੰਦਾ ਕੈਸ਼ ਮੈਂ ਨਹੀਂ ਦੇ ਸਕਦਾ ਕਿਉਂਕਿ ਉਹ ਵੀ ਬਾਲ ਬੱਚੇਦਾਰ ਆਦਮੀ ਹੈ,
ਵਿਆਹਿਆ ਹੋਇਆ ਬੱਚੇ ਆ 8-9000 ਤੇ ਲੱਗਾ, ਉਹ ਕਿੱਥੋਂ ਭਰੂਗਾ ਪੈਸੇ? ਉਹਨੇ ਨਹੀਂ ਗੱਲ ਆਖੀ ਜੇ। ਬਾਈ ਜੀ ਬਾਹਰ ਵਿੱਚ ਉੱਠ ਕੇ ਬਾਹਰ ਚਲੇ ਗਏ ਨੇ, ਬੜੀ ਕੋਸ਼ਿਸ਼ ਕੀਤੀ ਇਹਨਾਂ ਨੂੰ ਵਾਪਸ ਲਿਆਉਣ ਦੀ ਅੰਦਰ, ਇਹ ਬਾਈ ਜੀ ਅੰਦਰ ਨਹੀਂ ਆਏ ਜੇ। ਹੁਣ ਬਹਿ ਕੇ ਗੱਲ ਨਿਬੇੜੀ ਸੀ, ਨਿਬੜ ਗਈ ਸੀ ਨਾ। ਦੇਖੋ ਬਾਈ ਜੀ, ਗੱਲ ਜ਼ਰੂਰ ਨਿਬੜੀ ਆ। ਗੱਲ ਜਿਹੜੀ ਮੈਂ ਤੁਹਾਨੂੰ ਵਾਰ-ਵਾਰ ਦੱਸੀ ਜਾ ਰਿਹਾ, ਗੱਲ ਮੋਬਾਈਲ ਦੀ ਨਿਬੜ ਗਈ। ਜਿੱਥੇ ਪੈਸੇ ਦੀ ਨਾ ਆ ਕੇ ਗੱਲ ਕੀਤੀ, ਗੱਲ ਉੱਥੇ ਅੜ ਗਈ ਵੀ ਜਥੇਬੰਦੀ ਨੇ ਪੈਸੇ ਕੋਈ ਮੰਗੇ ਨਹੀਂ। ਜਥੇਬੰਦੀ ਕਦੇ ਕਹੇ ਸਿੱਧੂਪੁਰ ਜਥੇਬੰਦੀ BKJ ਸਿੱਧੂਪੁਰ ਇਦਾਂ ਦੀ ਪੰਜਾਬ ਦੇ ਵਿੱਚ ਜਥੇਬੰਦੀ ਆ ਵੀ ਕਦੇ ਆਪਣੀ ਤੇ ਉਂਗਲ ਖੜੀ ਨਹੀਂ ਕਰਵਾਉਂਦੀ ਵੀ ਕਿਸੇ ਤੋਂ ਪੈਸੇ ਮੰਗੇ। ਮੋਰਚੇ ਦੇ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਸਿੱਧੂਪੁਰ ਜਥੇਬੰਦੀ ਦਾ ਰਿਹਾ। ਸਭ ਤੋਂ ਤਗੜੀ ਹੋ ਕੇ ਜੇ ਜਥੇਬੰਦੀ ਨਿਕਲੀ ਤੇ BKJ ਸਿੱਧੂਪੁਰ ਨਿਕਲੀ। ਉਹ ਜੇ ਬਿੱਲ ਵਾਪਸ ਕਰਾਉਣ ਦੇ ਵਿੱਚ ਸਭ ਤੋਂ ਕਾਮਯਾਬ ਹੋਈ ਤੇ ਸਿੱਧੂਪੁਰ ਨੇ ਉੱਥੇ ਡਟ ਕੇ ਕਈ ਕਿਸਾਨ ਜਥੇਬੰਦੀਆਂ ਆਪਦੇ ਝੰਡੇ ਉੱਥੋਂ ਚੁੱਕ ਗਈਆਂ ਸੀ, ਪਰ ਸਿੱਧੂਪੁਰ ਨੇ ਨਹੀਂ ਛੱਡਿਆ। ਅਸੀਂ ਕਹਿ ਰਹੇ ਹਾਂ ਵੀ ਸਾਡਾ ਪੰਜਾਬ ਪ੍ਰਧਾਨ ਔਨ ਦੀ ਰਿਕਾਰਡ ਇਹ ਗੱਲ ਕਹਿੰਦਾ, ਜਗਜੀਤ ਸਿੰਘ ਡੱਲੇਵਾਲ, ਵੀ ਪੂਰੇ ਜਦ ਤੱਕ ਦਿੱਲੀ ਲੈ ਅੰਦੋਲਨ ਰਿਹਾ, ਸਾਡੇ ਤੇ ਕੋਈ ਬਾਹ ਖੜੀ ਕਰਕੇ ਇਹ ਗੱਲ ਕਹਿ ਦੇਵੇ ਵੀ ਬਾਹਰਲੇ ਮੁਲਕ ਚੋਂ 1 ਰੁਪਈਆ ਫੰਡ ਲਿਆ ਜਾਂ ਪਿੰਡਾਂ ਚੋਂ ਸਪੈਸ਼ਲ ਜਥੇਬੰਦੀ ਨੇ ਫੰਡ ਲਿਆ, ਕੋਈ ਇੱਕ ਬੰਦਾ ਕਹਿ ਦੇ। ਅਸੀਂ ਵੀ ਅੱਜ ਉਸੇ ਗੱਲ ਨੂੰ ਫੈਲੋ ਕਰਦੇ ਵੀ ਸਾਨੂੰ ਕੋਈ ਇੱਕ ਬੰਦਾ ਵੀ ਫਿਰੋਜ਼ਪੁਰ ਦੇ ਵਿੱਚੋਂ ਕਹਿ ਦੇ ਜਾਂ ਇਹ ਕਹਿ ਦੇਣ ਵੀ ਸਾਡੇ ਤੋਂ ਇਹਨਾਂ ਸਿੱਧੀ ਡਿਮਾਂਡ ਕੀਤੀ ਪੈਸੇ ਦੀ ਜਾਂ ਕੀਤੀ ਕੁਝ ਗੱਲ ਕੀਤੀ। ਇਹ ਜਿਹੜੇ ਅੰਜਾਮ ਇਹਨੂੰ ਅਸੀਂ ਇਹ ਵੈਰੀਫਾਈ ਜਿਹੜਾ ਇਹਨੂੰ ਗੱਲ ਨੂੰ ਕਰਨਾ ਚਾਹੁੰਦੇ ਆ ਵੀ ਹਰਜਾਨਾ ਉਸ ਬੰਦੇ ਨੂੰ ਮਿਲਣਾ ਜਿਹੜਾ ਉੱਤੇ 2-4000 ਰੁਪਇਆ ਖਰਚਾ ਹੋਇਆ, ਜਿਹਦਾ ਮੋਬਾਈਲ ਫਟਿਆ ਜੇਬ 'ਚ। ਜਥੇਬੰਦੀ ਨੂੰ ਉਹਦੇ 'ਚ ਕੁਝ ਨਹੀਂ ਨਹੀਂ ਦੇਣਾ, ਉਹਦੇ ਸਾਡੇ ਨਾਲ ਘਰੇ ਚੱਲਣ, ਮਾਫੀ ਮੰਗ ਲੈਣ। ਹੁਣ ਜਿਹੜਾ ਮੋਬਾਈਲ ਦਾ ਮੁੱਦਾ ਉਹ ਖਤਮ ਹੋ ਗਿਆ, ਜੋ ਮੈਨੂੰ ਲੱਗਦਾ ਤੁਹਾਡੀਆਂ ਗੱਲਾਂ ਤੋਂ ਮੋਬਾਈਲ ਦਾ ਮੁੱਦਾ ਨਹੀਂ ਰਿਹਾ। ਮੁੱਦਾ ਰਿਹਾ ਸਿਰਫ ਔਰ ਸਿਰਫ ਪਿੰਚ ਦਾ ਗੱਲ ਦਾ ਵੀ ਜਥੇਬੰਦੀ ਨੂੰ ਪੈਸੇ ਦਾ ਬਲੇਮ ਕਿਉਂ ਲੱਗਿਆ। ਹੁਣ ਉਹਨੂੰ ਸਰ ਕਿਵੇਂ ਕਲੀਅਰ ਕੀਤਾ ਜਾ? ਨਹੀਂ ਚਲੋ, ਚਾਹੇ ਮਿਸ ਅੰਡਰਸਟੈਂਡਿੰਗ ਅਸੀਂ ਮੰਨਦੇ, ਚਾਹੇ ਅਸੀਂ ਦੇਖੋ, ਅਸੀਂ ਪਹਿਲੇ ਫਸਟ ਪੁਆਇੰਟ ਤੋਂ ਹੀ ਇਹਨਾਂ ਨੂੰ ਕਿਹਾ, ਸਤਿਕਾਰਯੋਗ ਨੇ ਸਾਡੇ ਹੀ ਭੈਣ ਭਰਾ ਨੇ, ਅਸੀਂ ਨਹੀਂ ਇਹਨਾਂ ਨੂੰ ਕਿਹਾ ਇੱਕ ਵਾਰੀ ਵੀ ਕਿ ਤੁਸੀਂ ਉਹ ਕਰ ਰਹੇ ਹੋ। ਬਟ ਜਦੋਂ ਗੱਲ ਹੋ ਰਹੀ ਹੈ ਇਹਨਾਂ ਨਾਲ ਕਿ ਤੁਹਾਨੂੰ ਨਾਲ ਅਸੀਂ ਕੰਪਰੋਮਾਈਜ਼ ਕਰਦੇ, ਬੈਠੋ ਤੁਸੀਂ ਕਰਵਾ ਦਿੰਦੇ ਆ। 2.5 ਸਾਲ ਪੁਰਾਣਾ ਫੋਨ ਹੈ, ਅਸੀਂ ਫਿਰ ਵੀ ਆਪਣਾ ਕੰਪਨੀ ਨਾਲ ਗੱਲ ਕਰਕੇ ਇਹਨਾਂ ਦਾ ਸੋਲੂਸ਼ਨ ਕਰਵਾਇਆ ਕਿ ਨਹੀਂ, ਸਾਡੇ ਬੰਦੇ ਦਾ ਨੁਕਸਾਨ ਹੋਇਆ, ਕਿ ਸਾਡੇ ਹੀ ਭੈਣ ਭਰਾ ਨੇ, ਅਸੀਂ ਨੁਕਸਾਨ ਨੂੰ ਭਰਨ ਨੂੰ ਤਿਆਰ ਹਾਂ। ਕੰਪਨੀ ਤੋਂ ਅਸੀਂ ਕਰਵਾ ਕੇ ਵੈਰੀਫਾਈ ਇਹਨਾਂ ਨੂੰ ਇੱਕ ਫੋਨ ਦੇ ਕਰਤੇ ਕਿ ਫੋਨ ਤੁਹਾਨੂੰ ਹੁਣੇ ਦਿਵਾ ਦਾਂਗੇ। ਬਟ ਜਦੋਂ ਹੁਣ ਪੈਸੇ ਦੀ ਗੱਲ ਆ, ਇਹ ਹਰਜਾਨਾ ਸ਼ਬਦ ਯੂਜ਼ ਕਰਦੇ ਆ, ਸਾਡੇ ਬੰਦੇ ਨੇ ਪੈਸਾ ਸ਼ਬਦ ਯੂਜ਼ ਕਰ ਲਿਆ। ਹੁਣ ਇਹ ਚੀਜ਼ ਨੂੰ ਮਿਸਅੰਡਰਸਟੈਂਡਿੰਗ ਲਾ ਲਓ, ਜੋ ਵੀ ਲਾ ਲਓ, ਬਟ ਉਹ ਅਨਨੈਸੈਸਰੀ ਆਪਾਂ ਉਹਨੂੰ ਕ੍ਰੀਏਟ ਨਹੀਂ ਕਰਦੇ। ਹੁਣ ਜੇ ਕਹਿੰਦੇ ਕਿ ਸਾਡੇ ਬੰਦੇ ਕੋਲੋਂ ਮਾਫੀ ਮੰਗ ਲਓ, ਜਿਹੜੇ ਬੰਦੇ ਦੇ ਵੀ ਨੁਕਸਾਨ ਹੋਇਆ, ਮੈਂ ਚੱਲਦਾ ਜੀ, ਮੈਂ ਉੱਥੇ ਜਾ ਕੇ ਮੈਂ ਉਸ ਬੰਦੇ ਤੋਂ ਮਾਫੀ ਮੰਗਦਾ, ਬਟ ਔਨ ਰਿਕਾਰਡ ਮੰਗੂਗਾ, ਲਾਈਵ ਚੱਲਦਾ ਰਹੂਗਾ। ਮੈਂ ਉਸ ਬੰਦੇ ਨੂੰ ਜਾ ਕੇ ਉਸ ਤੋਂ ਮੈਂ ਮਾਫੀ ਮੰਗਦਾ, ਬੰਦਾ ਪੇਸ਼ ਕਰਨਗੇ ਆ ਬੰਦੇ ਤੇ ਇੰਨੀ ਸੱਟ ਲੱਗੀ ਹੈ, ਆਪਾਂ ਉਹ ਤੋਂ ਮਾਫੀ ਮੰਗਾਂਗੇ ਜਿਵੇਂ ਇਹ ਕਹਿਣਗੇ। ਕਲੀਅਰ ਹੈ ਗੱਲ? ਬਿਲਕੁਲ ਜੀ, ਸਹੀ ਹੈ ਇਹ? ਡਨ ਨੇ, ਮਾਫੀ ਮੰਗ ਲਓ। ਓਕੇ ਹੈ ਜੀ, ਬਸ ਠੀਕ ਹੈ ਜੀ, ਮੈਂ ਚੱਲਦਾ ਨਾਲ। ਮੈਨੂੰ ਅਸੀਂ ਨਹੀਂ ਵੈਸੇ ਚਾਹੁੰਦੇ ਕਿ ਕੈਮਰੇ ਤੇ ਮਾਫੀ ਮੰਗੀ ਜਾਵੇ, ਅਸੀਂ ਨਹੀਂ ਚਾਹੁੰਦੇ। ਮੈਂ ਆਪਦੇ ਨੂੰ ਮਾਫੀ ਮੰਗਣਾ ਨਹੀਂ ਹੋ ਜਾਣਗੇ। ਦੇਖੋ, ਇਹ ਹੈਗੀ ਮਿਸ ਅੰਡਰਸਟੈਂਡਿੰਗ, ਕਿਉਂਕਿ ਸਾਡੇ ਵੱਡੇ ਭਰਾ ਨੇ ਮਿਸ ਅੰਡਰਸਟੈਂਡਿੰਗ ਹੈ। 3 ਘੰਟੇ ਗੱਲ ਲਮਕ ਗਈ, ਅਸੀਂ ਲਮਕਾਣਾ ਨਹੀਂ ਚਾਹੁੰਦੇ, 3 ਮਿੰਟ ਦਾ ਕੰਮ ਸੀਗਾ। ਅਸੀਂ ਜੇ ਬੈਠੇ ਸੀ ਨਾ ਵੀਰੇ, ਤੁਹਾਨੂੰ ਸੈੱਟ ਦੇਣ ਵਾਸਤੇ ਬੈਠੇ ਸੀ। ਚਲੋ ਇਹ ਗੱਲ ਤੁਹਾਡੀ ਕਲੀਅਰ ਹੋ ਗਈ। ਇੱਕ ਚੀਜ਼ ਦਾ ਮੈਨੂੰ ਇੱਕ ਬ੍ਰਦਰ ਇੱਕ ਮਿੰਟ ਦਿਓ ਸਾਨੂੰ। ਇੱਕ ਚੀਜ਼ ਦਾ ਮੈਨੂੰ ਹੋਰ ਜਵਾਬ ਦਿਓ ਜਿਹੜਾ ਸਾਡੇ ਲਈ ਬਣਦਾ, ਕਿ ਜਿਹੜਾ ਫੋਨ ਆ ਉਹ ਕਿਉਂ ਫਟ ਗਿਆ? ਪਹਿਲੇ ਸਾਲ ਨਹੀਂ ਫਟਿਆ, 2.5 ਸਾਲਾਂ ਬਾਅਦ ਕੋਈ ਨਾ ਕੋਈ ਟੈਕਨੀਕਲ ਜਿਹੜਾ ਵੀ ਇਸ਼ੂ ਜਿਹੜਾ ਆ ਜਾਂਦਾ, ਫੋਨ ਕੋਈ ਸ਼ਾਰਟ ਹੋ ਜਾਂਦਾ, ਕੁਝ ਵੀ ਹੋ ਸਕਦਾ ਵਾ। 2.5 ਸਾਲ ਪੁਰਾਣਾ ਫੋਨ ਹੈ, ਠੀਕ ਹੈ ਜੀ। ਮੇਰੇ ਕੋਲ ਵੀ ਸੇਮ ਮਾਡਲ ਚੱਲਦਾ, ਉਹਦੇ ਨਾਲ ਦਾ ਸੇਮ ਮਾਡਲ ਆ। ਨਹੀਂ ਇੱਕ ਮਿੰਟ, ਉਹ ਚੀਜ਼ ਦਾ ਮੈਂ ਜਵਾਬ ਦਿੰਦਾ। ਉਹ ਚੀਜ਼ ਤਾਂ ਦੇਖੋ, ਆਪਾਂ ਇਸ ਗੱਲ ਨੂੰ ਖਿੱਚਦੇ ਨਹੀਂ ਬਾਰ-ਬਾਰ। ਤੁਸੀਂ ਅਗਰ ਉਹ ਫੋਨ ਨੂੰ ਦਿਖਾ ਦਿਓ ਕਿ ਉਹ ਕਿਸ ਤਰ੍ਹਾਂ ਫਟਿਆ ਹੈ, ਆਪਣੀ ਸਾਡੇ ਕੋਲੇ ਕੰਪਨੀ ਦੀ ਲੈਬ ਹੁੰਦੀ ਹੈ, ਅਸੀਂ ਉਹ 'ਚ ਚੈੱਕ ਕਰਾਉਣ ਲਈ ਇਹਨਾਂ ਨੂੰ ਕੱਲ ਵੀ ਕਿਹਾ ਸੀ ਕਿ ਮੈਂ ਭੇਜ ਦਿੰਦਾ, ਉੱਥੇ ਚੈੱਕ ਹੋਏਗਾ, ਹੁਣ ਵੀ ਹੋਏਗਾ। ਅਗਰ ਅਸੀਂ ਇਹਨਾਂ ਨੂੰ ਫੋਨ ਦਵਾਂਗੇ, ਅਸੀਂ ਉਹ ਫੋਨ ਇਹਨਾਂ ਤੋਂ ਵਾਪਸ ਲਵਾਂਗੇ, ਉਹ ਸਾਡੀ ਲੈਬ 'ਚ ਜਮ੍ਹਾਂ ਹੋਏਗਾ, ਉੱਥੇ ਹੀ ਚੈੱਕ ਕਰਾਵਾਂਗੇ ਬਕਾਇਦਾ। ਅਗਰ ਉਸ ਫੋਨ 'ਚ ਕੋਈ ਫਾਲਟ ਪਾਇਆ ਜਾਂਦਾ ਟੈਕਨੀਕਲ, ਤੇ ਫਿਰ ਕੰਪਨੀ ਬਿਲਕੁਲ ਉਹਨਾਂ ਨੂੰ ਆਲਰੇਡੀ ਅਸੀਂ ਦੇ ਹੀ ਰਹੇ ਹਾਂ, ਉਹਨਾਂ ਨੂੰ ਉਹਦੇ ਬਦਲੇ ਫੋਨ ਦੇ ਰਹੇ ਹਾਂ। ਬਟ ਇਨ ਕੇਸ ਅਗਰ ਫੋਨ ਨੂੰ ਖੁਦ ਤੋੜਿਆ ਗਿਆ, ਕੋਰਸ 'ਚ ਹੋਇਆ ਗਿਆ, ਫਿਰ ਉਹਦੇ ਵਾਸਤੇ ਕੰਪਨੀ ਸਾਡੇ ਤੇ ਐਕਸ਼ਨ ਲੈਂਦੀ ਹੈ। ਤਾਂ ਹੀ ਅਸੀਂ ਕਹਿ ਰਹੇ ਕਿ ਸਾਡਾ ਇੱਕ ਬੰਦਾ ਜਿਹੜਾ 9-10 ਹਜ਼ਾਰ ਰੁਪਇਆ ਲੈ ਕੇ EMPLOYE ਇੱਥੇ ਲੱਗਾ ਹੋਇਆ, ਉਹ ਬੰਦਾ ਕਿੱਥੋਂ ਤੁਹਾਨੂੰ ਇਹ ਦੇ ਦੇਵੇ? ਪੈਸੇ ਮੰਗੇ ਆ ਸਾਡੇ ਕਿਸੇ ਵੀ EMPLOYE ਨੇ ਨਹੀਂ ਇਹ ਗੱਲ ਕਹੀ। ਇਹਨਾਂ ਦੇ ਨਾਲ ਹੀ ਬੰਦਾ ਆਇਆ ਹੋਇਆ, ਚਲੋ ਉਹ ਵਿਚਲੀ ਧਿਰ ਸੀ, ਇੱਕ ਵਿਚਲੀ ਧਿਰ ਹੈ, ਉਹ ਦੋਨਾਂ ਨੂੰ ਫੈਸਲਾ ਕਰਾਉਂਦੀ ਹੈ। ਉਹਨੇ ਆ ਕੇ ਕਹਿਤਾ ਕਿ ਕੋਈ ਗੱਲ ਨਹੀਂ ਯਾਰ, ਤੁਸੀਂ ਇਹਨਾਂ ਨੂੰ 2 ਫੋਨ ਦੇ ਦਿਓ। 2 ਮਿੰਟ ਬਾਅਦ ਇਹਨਾਂ ਦੀ ਆਪਸ ਵਿੱਚ ਮੀਟਿੰਗ ਹੁੰਦੀ ਹੈ ਤੇ ਉਹ ਗੱਲ ਕਰਦੇ ਆ ਕੇ ਕਿ ਚਲੋ ਕੋਈ ਗੱਲ ਨਹੀਂ, ਤੁਸੀਂ ਉਸੇ ਵੈਲਿਊ ਤੇ 4 ਫੋਨ ਦੇ ਦਿਓ। ਅਸੀਂ ਉਹਨਾਂ ਨਾਲ ਉਸ ਗੱਲ ਤੋਂ ਵੀ ਐਗਰੀ ਹਾਂ। ਸਾਨੂੰ ਦੱਸੋ ਕਿ ਅਸੀਂ ਕਿੱਥੇ ਇਹਨਾਂ ਦੀ ਗੱਲ ਤੋਂ ਭੱਜੇ ਹਾਂ? ਹਰ ਗੱਲ ਦਾ ਅਸੀਂ ਜਵਾਬ ਦੇ ਰਹੇ ਹਾਂ, ਹਰ ਗੱਲ ਤੇ ਅਸੀਂ ਇਹਨਾਂ ਨਾਲ ਐਗਰੀ ਹਾਂ। ਹੁਣ ਇਹ ਮਾਫੀ ਵਾਲੀ ਗੱਲ ਕਰ ਰਹੇ ਆ, ਅਸੀਂ ਉਹ ਗੱਲ ਦੀ ਮਾਫੀ ਜਿਹੜੀ ਹੈ, ਉਹ ਗੱਲ ਮਿਸਅੰਡਰਸਟੈਂਡਿੰਗ ਹੈ, ਉਹ ਕੁਝ ਵੀ ਨਹੀਂ ਹੈ। ਹਾਂ, ਜਿਹੜੇ ਬੰਦੇ ਦਾ ਨੁਕਸਾਨ ਹੋਇਆ, ਉਸ ਬੰਦੇ ਤੋਂ ਮਾਫੀ ਮੰਗਣ ਨੂੰ ਮੈਂ ਤਿਆਰ ਹਾਂ ਜੀ, ਔਨ ਰਿਕਾਰਡ ਚੱਲੂਗਾ, ਮੇਰੇ ਨਾਲ ਚੱਲੋ, ਮੈਂ ਮਾਫੀ ਮੰਗਦਾ ਉਤੋਂ। ਵੈਸੇ ਅਸੀਂ ਨਹੀਂ ਚਾਹਾਂਗੇ ਤੁਸੀਂ ਕੈਮਰੇ ਤੇ ਮਾਫੀ। ਨੋਟ ਸੇਇੰਗ ਕਿ ਮੈਂ ਆਪਣੇ ਬਿਹਾਫ ਤੇ ਨਹੀਂ, ਆਪਣੇ ਬਿਹਾਫ ਤੇ ਨਹੀਂ, ਮੈਂ ਬਾਰ-ਬਾਰ ਕਹਿ ਰਿਹਾ ਕਿ ਮੈਂ ਕੰਪਨੀ ਦੇ ਬਿਹਾਫ ਤੇ। ਇੱਕ ਤੁਹਾਨੂੰ ਹੋਰ ਗੱਲ ਦੱਸੀਏ, ਜੇ ਸੈੱਟ ਚੇਂਜ ਹੁੰਦਾ ਪਿਆ ਨਾ, ਦੇਖੋ ਕੰਪਨੀ ਨੂੰ ਸਿਰਫ ਅਸੀਂ ਗੱਲ ਕੀਤੀ ਹੈ, ਕੱਲ ਨੂੰ ਅਪਰੂਵਲ ਹੋਵੇ ਨਾ ਹੋਵੇ, ਅਸੀਂ ਇਹਨਾਂ ਨੂੰ ਸੈੱਟ ਦੇ ਰਹੇ ਹਾਂ। ਅਸੀਂ 4 ਬੰਦੇ ਨੇ ਫੈਸਲਾ ਲੈ ਲਿਆ, ਉਹ 20,000 ਦਾ ਫੋਨ ਹੈ, 10,000 ਦਾ ਫੋਨ ਹੈ, ਅਸੀਂ 4 ਬੰਦੇ ਡਿਵਾਈਡ ਕਰਕੇ ਦੇ ਦਾਂਗੇ। ਦੇਖੋ 5,000 ਰੁਪਏ ਅਸੀਂ ਆਪਸ ਚ ਕਰਦੇ ਪਏ, ਕਿਉਂਕਿ ਅਸੀਂ ਸੇਲ ਟੀਮ ਦੇ ਬੰਦੇ ਆ ਵੀਰੇ। ਉਹ ਹੈਗੇ ਸਾਡਾ ਸਰਵਿਸ ਸੈਂਟਰ, ਉਹ ਸਾਡੇ EMPLOYE ਨੇ।
ਹੁਣ ਕਲੀਅਰ ਆ, ਫਾਈਨਲ ਹੋਇਆ ਤੁਹਾਡਾ ਸਾਰਿਆਂ ਦਾ ਆਪਸੀ ਹੋ ਗਈ ਹੈ ਰਜਾਮੰਦੀ ਵੀ ਜਿਹੜੀ ਮਾਫੀ ਮੁਫੀ ਵਾਲੀ ਗੱਲ ਕਲੀਅਰ ਹੋ ਜਾਏਗੀ? ਦੇਖੋ ਬਿਲਕੁਲ ਜੀ, ਅਸੀਂ ਇਹਨਾਂ ਤੋਂ ਸੈੱਟ ਲੈ ਕੇ ਇਹਨਾਂ ਨੂੰ ਨਾਲ ਹੀ ਗੱਡੀ 'ਚ ਬਿਠਾਵਾਂਗੇ, ਉੱਥੇ ਜਾ ਹੁਣ ਧਰਨਾ ਇਹ ਚੱਕਿਆ ਜਾਊਗਾ ਜਿਹੜੀ ਆਮ ਪਬਲਿਕ ਖਰਾਬ ਹੋ ਰਹੀ ਕੇ ਜੇ ਮਾਫੀ ਨਾ ਮੰਗਣਗੇ ਕੱਲ ਥੋੜਾ ਸਵੇਰ ਦਿਨ ਚੜ੍ਹਨਾ ਫੇਰ ਕਰ ਲਾਂਗੇ, ਇਹ ਥੋੜੀ ਗੱਲ। ਸਾਨੂੰ ਕੋਈ ਪ੍ਰੋਬਲਮ ਨਹੀਂ, ਚਲੋ ਜੀ। ਬ੍ਰਦਰ ਕੋਈ ਇਸ਼ੂ ਨਹੀਂ ਹੈ। ਹਾਂਜੀ ਹਾਂਜੀ ਕੋਈ ਇਸ਼ੂ ਨਹੀਂ ਹੈ। ਤੁਸੀਂ ਜਿਹੜੀਆਂ ਲਾਈਵ ਤਸਵੀਰਾਂ ਦੇਖੀਆਂ ਨੇ, ਅਸੀਂ ਖੜੇ ਆ ਵੀਵੋ ਸਰਵਿਸ ਸੈਂਟਰ ਦੇ ਬਾਹਰ ਫਿਰੋਜ਼ਪੁਰ, ਜਿੱਥੇ ਇੱਕ ਮਸਲਾ ਉਲਝਿਆ ਸੀਗਾ ਜੋ ਹੱਲ ਹੋ ਚੁੱਕਿਆ ਹੈ। ਮਸਲਾ ਉਲਝਣ ਦਾ ਕਾਰਨ ਕੀ ਸੀਗਾ ਕਿ ਵੀਵੋ ਕੰਪਨੀ ਦਾ S1 ਮੋਬਾਈਲ ਜਿਹੜਾ ਫਟ ਜਾਂਦਾ ਜੇਬ ਦੇ ਵਿੱਚ, ਤੇ ਕਿਸਾਨ ਜਥੇਬੰਦੀਆਂ ਤੱਕ ਗੱਲ ਪਹੁੰਚਦੀ ਆ ਤੇ ਇਕੱਠੀਆਂ ਹੋ ਕੇ ਵੀਵੋ ਸਰਵਿਸ ਸੈਂਟਰ ਦੇ ਬਾਹਰ ਧਰਨਾ ਲਾ ਦਿੰਦੀਆਂ। ਗੱਲ ਇੰਨੀ ਕਿ ਜ਼ਿਆਦਾ ਵੱਧ ਜਾਂਦੀ ਆ ਕਿ ਕੁਝ ਇਲਜ਼ਾਮ ਲੱਗ ਜਾਂਦੇ ਆ ਸਿੱਧੂਪੁਰ ਜਥੇਬੰਦੀ ਤੇ ਕਿ ਪੈਸੇ ਮੰਗਦੀ ਆ। ਕਿਉਂ? ਕਿਉਂਕਿ ਉਹ ਇਲਜ਼ਾਮ ਇਹਨਾਂ ਦੇ ਵੱਲੋਂ ਅੰਦਰਲੇ ਜਿਹੜੇ ਤੁਸੀਂ ਚੱਲੋ ਅੰਦਰਲੇ ਜਿਹੜੇ ਅਧਿਕਾਰੀ ਹੈਗੇ ਆ ਉਹਨਾਂ ਦੇ ਕਿਸੇ ਵਿਅਕਤੀ ਵੱਲੋਂ, ਸਟਾਫ ਮੈਂਬਰ ਵੱਲੋਂ ਗੱਲ ਕਿਤੇ ਕਹਿ ਦਿੱਤੀ ਜਾਂਦੀ, ਹਾਲਾਂਕਿ ਇਸ ਦਾ ਹਜੇ ਤੱਕ ਕੋਈ ਪ੍ਰੂਫ ਨਹੀਂ ਹੈਗਾ। ਇਹਨਾਂ ਦੇ ਕਹਿਣ ਮੁਤਾਬਕ ਹੀ ਆ, ਪਰ ਹੁਣ ਜਿਹੜਾ ਹੈਗਾ ਇਸ ਦਾ ਮਸਲਾ ਹੱਲ ਹੋ ਚੁੱਕਿਆ ਹੈਗਾ। ਜੋ ਸਾਹਮਣੇ ਤੁਸੀਂ ਦੇਖ ਸਕਦੇ ਜੇ ਕਿ ਅੰਦਰ ਇੱਕ ਪਾਸੇ ਜਥੇਬੰਦੀਆਂ ਨੇ ਤੇ ਦੂਜੇ ਪਾਸੇ ਜਿਹੜੇ ਇਸ ਸੈਂਟਰ ਦੇ ਜਿਹੜੇ ਮੁਲਾਜ਼ਮ ਨੇ, ਕਰਮਚਾਰੀ ਨੇ, ਉਹ ਫੋਨ ਦੇਣ ਦੀ ਜਿਹੜੀ ਗੱਲ ਕੀਤੀ ਆ ਤੇ ਫੋਨ ਦੀ ਗੱਲ ਕੀਤੀ ਆ ਕਿ ਫੋਨ ਇਹਨਾਂ ਨੂੰ ਦਿੱਤਾ ਜਾਏਗਾ ਤੇ ਪੁਰਾਣਾ ਜਿਹੜਾ ਫੋਨ ਆ ਉਹ ਜਿਹੜਾ ਇਹ ਸਰਵਿਸ ਸੈਂਟਰ ਆ ਉਹ ਆਪਣੇ ਕੋਲੇ ਰੱਖੇਗਾ ਤੇ ਉਹ ਸਰਵਿਸ ਸੈਂਟਰ ਜਿਹੜਾ ਫੋਨ ਆ ਕੰਪਨੀ ਦੇ ਵਿੱਚ ਭੇਜ ਕੇ ਉਸ ਨੂੰ ਚੈੱਕ ਜ਼ਰੂਰ ਕਰਵਾਏਗਾ ਕਿ ਆਖਰਕਾਰ ਕੀ ਕਾਰਨ ਰਹੇ ਆ ਉਸ ਫੋਨ ਨੂੰ ਫਟਣ ਦੇ, ਕਿਉਂ ਫੋਨ ਫਟਿਆ, ਆਖਰ ਪਹਿਲੇ ਸਾਲ 'ਚ ਨਹੀਂ ਫਟਿਆ, 2.5 ਸਾਲਾਂ ਬਾਅਦ ਕਿਉਂ ਫਟਿਆ ਫੋਨ। ਇਸ ਤੇ ਜਿਹੜੀ ਚਰਚਾ ਉਹ ਕਹਿੰਦੀ ਅਸੀਂ ਕੰਪਨੀ ਦੇ ਨਾਲ ਲੈਬ ਦੇ ਵਿੱਚ ਫੋਨ ਭੇਜ ਕੇ ਉਸ ਤੇ ਗੱਲ ਕਰਾਂਗੇ। ਫਿਲਹਾਲ ਮਸਲਾ ਜਿਹੜਾ ਉਹ ਨਿਬੜ ਚੁੱਕਿਆ ਹੈਗਾ। ਹਾਲਾਂਕਿ ਪੁਲਿਸ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ, ਮਸਲਾ ਜਿਹੜਾ ਉਹ ਕਲੀਅਰ ਹੋ ਚੁੱਕਿਆ, ਕਿਉਂਕਿ ਗੱਲ ਜਿਹੜੀ ਪੈਸੇ ਨੂੰ ਲੈ ਕੇ ਕੀਤੀ ਗਈ ਸੀ ਕਿ ਕਿਸੇ ਦੇ ਮੂੰਹੋਂ ਇਹ ਗੱਲ ਨਿਕਲੀ ਸੀ ਜਾਂ ਨਹੀਂ ਨਿਕਲੀ ਸੀ, ਪਰ ਸਾਹਮਣੇ ਆਈ ਸੀ ਕਿ ਸਿੱਧੂਪੁਰ ਜਥੇਬੰਦੀ ਵੱਲੋਂ ਕੁਝ ਪੈਸੇ ਦੀ ਮੰਗ ਕੀਤੀ ਗਈ ਆ। ਪਰ ਫਿਲਹਾਲ ਜਿਹੜੀ ਗੱਲ ਆ ਉਹ ਕਲੀਅਰ ਹੁੰਦੀ ਦਿਖਾਈ ਦੇ ਰਹੀ ਆ। ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਫੋਨ ਫਟਿਆ ਸੀਗਾ, ਇੱਕ ਮਿੰਟ ਭਾਈ ਕੈਮਰਾ, ਇਹ ਜਿਹੜਾ ਫੋਨ ਆ ਇਹ ਤੁਸੀਂ ਦੇਖੋ ਕਿ ਸਰਵਿਸ ਸੈਂਟਰ ਫਿਰੋਜ਼ਪੁਰ ਦੇ ਜਿਹੜਾ ਫਟਿਆ ਫੋਨ ਆ ਇਹ ਸਾਹਮਣੇ ਪਿਆ। ਤੁਸੀਂ ਦੇਖੋ ਕਿ ਜਿਹੜਾ ਫੋਨ ਫਟਿਆ ਹੋਇਆ ਵੀਵੋ ਦਾ, ਇਹ ਤੁਸੀਂ ਦੇਖੋ ਇਹ ਡੱਬਾ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਸੀ S1 ਵੀਵੋ ਕੰਪਨੀ ਦਾ ਫੋਨ ਜੋ ਸਰਵਿਸ ਸੈਂਟਰ ਦੇ ਵਿੱਚ ਦੇ ਦਿੱਤਾ ਗਿਆ ਹੈ। ਹੁਣ ਫੋਨ ਨਵਾਂ ਦਿੱਤਾ ਜਾ ਰਿਹਾ ਤੁਹਾਨੂੰ? ਬਿਲਕੁਲ ਨਵਾਂ ਮੋਬਾਈਲ ਦਿੱਤਾ ਜਾ ਰਿਹਾ। ਉਹ ਦੇਖਦੇ ਆ ਕਿਹੜਾ ਮੋਬਾਈਲ ਦਿੰਦੇ ਆ, ਲੱਗਦਾ ਪਤਾ ਕੋਈ 15-16 ਹਜ਼ਾਰ, ਪਤਾ ਨਹੀਂ ਕਿੰਨੀ ਕੀਮਤ ਹੈ ਜੀ। 15,500 ਦਾ ਮਾਡਲ ਕੀ ਹੈ? Y20T ਮਾਡਲ ਦੇ ਰਿਹਾ, 15,500 ਵੈਲਿਊ ਹੈ ਫੋਨ। ਹੁਣੇ ਸਰ ਦੇ ਹਾਂਜੀ ਨਹੀਂ ਹੁਣੇ ਮੈਂ ਉਹਦੀ ਜੌਬ ਸ਼ੀਟ ਬਣਵਾ ਕੇ ਹੁਣੇ ਕਲੀਅਰ ਕਰਦਾ, ਮਾਲ ਮੰਗਵਾ ਕੇ। ਕਿੰਨਾ ਸਮਾਂ? ਬਿਕੋਜ਼ ਇਹ ਕੇਅਰ ਸੈਂਟਰ ਹੈ, ਇੱਥੇ ਅਵੇਲੇਬਲ ਨਹੀਂ ਹੁੰਦਾ ਸਟਾਕ ਸਾਡਾ ਡਿਸਟ੍ਰੀਬਿਊਟਰ ਤੋਂ ਹੀ ਆਣਾ। ਉਹ ਮੈਂ ਇਹਨਾਂ ਨੂੰ ਹੁਣੇ ਇੱਕ ਲੜਕਾ ਭੇਜ ਕੇ ਉੱਥੋਂ ਸਟਾਕ ਮੰਗਵਾ ਦਿੰਦਾ, ਮਾਰਕੀਟ ਤੋਂ ਪੀਸ ਆ ਜਾਏਗਾ, ਇਹਨਾਂ ਦਾ ਬੰਦਾ ਬੈਠ ਜੇ ਕਰਵਾ ਦਿੰਦੇ ਆ। ਠੀਕ ਹੈ ਜੀ। ਹੁਣ ਤੁਸੀਂ ਜਿਹੜਾ ਫੋਨ ਫਟਿਆ ਹੈਗਾ ਇਹਨੂੰ ਲੈਬ ਦੇ ਵਿੱਚ ਭੇਜਣ ਦੇ ਲਈ ਜਿਹੜੀ ਫਾਰਮੈਲਿਟੀ ਹੁਣੇ ਕਰੋਗੇ? ਬਿਲਕੁਲ ਸਰ, ਇਹ ਫੋਨ ਜਾਏਗਾ, ਇਹ ਸਾਡੀ ਲੈਬ ਦੇ ਵਿੱਚ ਚੈੱਕ ਹੋਏਗਾ ਕਿ ਇਹਦਾ ਫਟਣ ਦਾ ਰੀਜ਼ਨ ਕੀ ਹੈ। ਅਗਰ ਇਹ ਫੋਨ ਫਟਿਆ ਹੈ ਤੇ ਉਹਦਾ ਬਿਲਕੁਲ ਅਸੀਂ ਕਰਵਾ ਰਹੇ ਹਾਂ ਇਹਨਾਂ ਦਾ ਸੋਲੂਸ਼ਨ। ਠੀਕ ਹੈ ਜੀ। ਬਿਲਕੁਲ ਵੀਵੋ ਸਰਵਿਸ ਸੈਂਟਰ ਵਾਲੇ ਇਸ ਫੋਨ ਦਾ ਜਿਹੜਾ ਡਾਟਾ ਹੈਗਾ, ਇਸ ਫੋਨ ਦੀ ਜਿਹੜੀ ਕੰਪਲੇਂਟ ਆ ਕਿ ਇਹ ਕਿਉਂ ਫਟਿਆ, ਕਾਰਨ ਕੀ ਆ, ਉਸ ਨੂੰ ਕੰਪਿਊਟਰ ਦੇ ਰਾਹੀਂ ਆਪਣੀ ਲੈਬ ਤੱਕ ਪਹੁੰਚਾਉਣਗੇ। ਉਸ ਤੋਂ ਬਾਅਦ ਇਹ ਫੋਨ ਭੇਜਿਆ ਜਾਏਗਾ ਤੇ ਚੈੱਕ ਕੀਤਾ ਜਾਏਗਾ ਕਿ ਇਹ ਫੋਨ ਕਿਉਂ ਫਟਿਆ ਹੈ, ਕੀ ਕਰ ਰਹੇ ਆ ਫੋਨ ਫਟਣ ਦੇ। ਪਰ 15,000 ਦੇ ਆਸ-ਪਾਸ ਦੀ ਕਾਸਟ ਵਾਲਾ ਜਿਹੜਾ ਫੋਨ ਆ ਉਹ ਇਹਨਾਂ ਨੂੰ ਦੇ ਦਿੱਤਾ ਜਾਏਗਾ ਕੁਝ ਸਮੇਂ ਤੱਕ। ਹਾਲਾਂਕਿ ਉਸ ਦੀ ਜਿਹੜੀ ਗੱਲ ਆ ਇਹਨਾਂ ਨੇ ਲਾਈਵ ਤੁਸੀਂ ਸੁਣ ਚੁੱਕੇ ਹੋ, ਉਹਦੇ ਵਿੱਚ ਕਹਿ ਚੁੱਕੇ ਆ। ਪਰ ਜਿਹੜਾ ਕਦੋਂ ਦਾ ਤਲਖੀ ਵਾਲਾ ਮਾਹੌਲ ਬਣਿਆ ਹੋਇਆ ਸੀ ਪਿਛਲੇ 2-2.5 ਘੰਟਿਆਂ ਤੋਂ ਕਿ ਜਥੇਬੰਦੀਆਂ ਵੱਲੋਂ ਗੱਲ ਕੋਈ ਕਹੀ ਜਾਂਦੀ ਸੀ ਤਾਂ ਤਲਖੀ ਸਰਵਿਸ ਸੈਂਟਰ ਵਾਲਿਆਂ ਦੇ ਵਿੱਚ ਆਉਂਦੀ ਸੀ, ਤੇ ਸਰਵਿਸ ਸੈਂਟਰ ਵਾਲੇ ਕੁਝ ਕਹਿੰਦੇ ਸੀ ਤਾਂ ਤਲਖੀ ਕਿਸਾਨ ਜਥੇਬੰਦੀਆਂ ਵੱਲੋਂ ਆਉਂਦੀ ਸੀ। ਪਰ ਕਿਤੇ ਨਾ ਕਿਤੇ ਜਿਹੜਾ ਰੇੜਕਾ ਪਿਛਲੇ 2-2.5 ਘੰਟਿਆਂ ਤੋਂ ਚੱਲ ਰਿਹਾ ਸੀ ਉਹ ਫਿਲਹਾਲ ਜਿਹੜਾ ਉਹ ਨਿਬੜ ਗਿਆ ਹੈਗਾ। ਫਿਲਹਾਲ ਇਹਨਾਂ ਦਾ ਜਿਹੜਾ ਰਾਜੀਨਾਮਾ ਆਪਾਂ ਕਹਿ ਸਕਦੇ ਹਾਂ ਕਿ ਰਾਜੀਨਾਮਾ ਜਿਹੜਾ ਹੋ ਚੁੱਕਿਆ। ਜਿਹੜਾ ਫੋਨ ਹੈਗਾ ਉਹ ਫੋਨ ਇਹਨਾਂ ਨੂੰ ਮਿਲ ਜਾਏਗਾ ਤੇ ਜਿਹੜੀ ਮਾਫੀ ਦੀ ਗੱਲ ਕੀਤੀ ਗਈ ਸੀ ਜਥੇਬੰਦੀਆਂ ਵੱਲੋਂ ਤੇ ਪੈਸੇ ਨੂੰ ਲੈਣ ਦੀ ਗੱਲ ਕਿਸੇ ਵੱਲੋਂ ਕਹੀ ਗਈ ਸੀ, ਉਸ ਤੇ ਵੀ ਕਲੀਅਰ ਹੋ ਚੁੱਕਿਆ ਕਿ ਜਿਹੜੇ ਪੈਸੇ ਹੈਗੇ ਆ ਉਹ ਨਹੀਂ ਮੰਗੇ ਗਏ ਸੀ, ਉਸ ਦੀ ਮਾਫੀ ਜਿਹੜੀ ਆ ਉਹ ਮੰਗੀ ਜਾਏਗੀ। ਜਿਹੜੇ ਵਿਅਕਤੀ ਦੀ ਜੇਬ 'ਚ ਫੋਨ ਫਟਿਆ ਉਸ ਕੋਲੋਂ ਜਾ ਕੇ ਇਸ ਸਰਵਿਸ ਸੈਂਟਰ ਦੇ ਵਿਅਕਤੀਆਂ ਨੇ ਫੋਨ ਤੇ ਲਾਈਵ 'ਚ ਕਿਹਾ ਹੈ ਕਿ ਅਸੀਂ ਜਿਹੜੀ ਆ ਮਾਫੀ ਮੰਗਾਂਗੇ, ਅਸੀਂ ਉਸ ਤੇ ਨੀਵੇਂ ਨਹੀਂ ਹੋਵਾਂਗੇ। ਹਾਲਾਂਕਿ ਸਾਡੇ ਚੈਨਲ ਵੱਲੋਂ ਇਹ ਗੱਲ ਕਹੀ ਗਈ ਆ ਕਿ ਅਸੀਂ ਨਹੀਂ ਚਾਹੁੰਦੇ ਕਿ ਲਾਈਵ ਮਾਫੀ ਮੰਗੀ ਜਾਵੇ, ਪਰ ਉਹ ਕਹਿੰਦੇ ਸਾਨੂੰ ਇਸ ਬਾਰੇ ਕੋਈ ਵੀ ਦਿੱਕਤ ਨਹੀਂ, ਅਸੀਂ ਜਿਹੜੀ ਆ ਉਹ ਮਾਫੀ ਮੰਗਾਂਗੇ। ਬਾਕੀ ਤਸਵੀਰਾਂ ਤੁਹਾਡੇ ਸਾਹਮਣੇ ਨੇ ਫੋਨ ਦੀਆਂ, ਤੁਸੀਂ ਦੇਖ ਸਕਦੇ ਹੋ।
ਤਾਂ ਇੱਥੇ ਜਦੋਂ ਇਹ ਮਸਲਾ ਵਧਿਆ ਸੀ ਉਸ ਸਮੇਂ ਜਿਹੜੇ ਪੁਲਿਸ ਮੁਲਾਜ਼ਮ ਵੀ ਇੱਥੇ ਪਹੁੰਚੇ ਸੀ ਤੇ ਪੁਲਿਸ ਮੁਲਾਜ਼ਮ ਹਜੇ ਵੀ ਇੱਥੇ ਮੌਜੂਦ ਹੈਗੇ ਆ। ਪੁਲਿਸ ਪਲੱਸ ਮੁਲਾਜ਼ਮਾਂ ਦਾ ਵੀ ਜਿਹੜਾ ਪੱਖ ਲੈਣ ਦੀ ਕੋਸ਼ਿਸ਼ ਕਰਾਂਗੇ ਆਖਰਕਾਰ ਕਿਵੇਂ ਪਹੁੰਚੇ ਸੀ, ਕਿੰਨਾ ਵੱਲੋਂ ਬੁਲਾਇਆ ਗਿਆ ਸੀ। ਸਰ, ਤੁਹਾਨੂੰ ਇਤਲਾਹ ਕਿੱਧਰੋਂ ਕੀਤੀ ਗਈ ਸੀ, ਕਿਸਾਨ ਜਥੇਬੰਦੀਆਂ ਵੱਲੋਂ ਜਾਂ ਫਿਰ ਸਰਵਿਸ ਸੈਂਟਰ? ਸਾਨੂੰ ਤਲਾ ਥਾਣਿਓਂ ਐਮਐਸਸੀ ਮੁੱਖ ਮੰਤਰੀ ਵੱਲੋਂ ਮਿਲੀ ਹੈ ਵੀ ਉੱਥੇ ਵੀ ਉਹ ਸੈਂਟਰ ਵਿੱਚ ਕੁਝ ਧਰਨਾ ਵਗੈਰਾ ਲੱਗ ਗਿਆ। ਅਸੀਂ ਉਸ ਪੁਆਇੰਟ ਤੇ ਇੱਥੇ ਆਏ ਆ। ਇੱਥੇ ਆ ਕੇ ਇਹਨਾਂ ਦਾ ਵੇਖਿਆ ਕੰਪਰੋਮਾਈਜ਼ ਹੋ ਚੁੱਕਾ ਹੈ। ਕੰਪਰੋਮਾਈਜ਼ ਹੋਇਆ ਜੀ? ਕੰਪਰੋਮਾਈਜ਼ ਉਹ ਕਹਿੰਦੇ ਅਸੀਂ ਇਹਨਾਂ ਨੂੰ ਆਪਦਾ ਮੋਬਾਈਲ ਵਗੈਰਾ ਦੇ ਦਿੰਨੇ ਆ। ਇਹਨਾਂ ਨੇ ਜਥੇਬੰਦੀਆਂ ਨੇ ਕਿਹਾ ਵੀ ਸਾਡੇ ਤੋਂ ਕੋਈ ਵੀ ਮਾਫੀ ਮੰਗੀ ਜਾਵੇ। ਉਹ ਕਹਿੰਦੇ ਅਸੀਂ ਉਹਨਾਂ ਰਿਲਾਈਜ਼ ਵੀ ਕਰ ਸਕਾਂਗੇ। ਇਹਦੀ ਗੱਲ ਹੋਈ ਹੈ ਕੋਈ ਗੱਲ? ਮਸਲਾ ਹੁਣ ਨਿਬੜ ਗਿਆ ਹੈਗਾ? ਜਿਹੜਾ ਰੋਡ ਅੱਗੋਂ ਬੰਦ ਕੀਤਾ ਸੀ ਬਾਜ਼ਾਰ ਦਾ ਉਹ ਖੁੱਲ ਗਿਆ? ਬਾਜ਼ਾਰ ਖੁੱਲ ਗਿਆ ਜੀ। ਮਤਲਬ ਹੁਣ ਕੋਈ ਮਾਹੌਲ ਤਣਾਅਪੂਰਵਕ ਜਾਂ ਉਹੋ ਜਿਹਾ ਮਾਹੌਲ ਤਾਂ ਨਹੀਂ ਹੈਗਾ ਕੋਈ ਲੜਾਈ ਵਾਲਾ ਜਾਂ ਕੋਈ ਕਿਸੇ? ਨਹੀਂ ਜੀ, ਨਹੀਂ, ਕਿਸੇ ਤਰੀਕੇ ਦੀ ਕੋਈ ਗੱਲਬਾਤ ਨਹੀਂ ਹੈ। ਕਲੀਅਰ ਆ। ਇਹ ਬਲਬੀਰ ਸਿੰਘ ਜਿਹੜੇ ਥਾਣਾ ਸਿਟੀ ਫਿਰੋਜ਼ਪੁਰ ਤੋਂ ਇੱਥੇ ਮੌਜੂਦ ਸੀਗੇ, ਜਿਨ੍ਹਾਂ ਦਾ ਪੱਖ ਤੁਹਾਡੇ ਕੋਲੇ ਰੱਖਿਆ। ਹਾਲਾਂਕਿ ਇਹਨਾਂ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਆ ਕਿ ਜਿਹੜਾ ਇੱਥੇ ਸਾਨੂੰ ਤਲਾਹ ਮਿਲੀ ਸੀ ਕਿ ਇੱਥੇ ਆ ਕੁਝ ਹੋ ਰਿਹਾ, ਪਰ ਫਿਲਹਾਲ ਜਿਹੜਾ ਮਸਲਾ ਹੈਗਾ ਉਹ ਸੋਲਵ ਹੁੰਦਾ ਦਿਖਾਈ ਦੇ ਰਿਹਾ। ਇਹਨਾਂ ਵੱਲੋਂ ਕਹਿ ਦਿੱਤਾ ਗਿਆ ਕਿ ਮਸਲਾ ਸੋਲਵ ਆ। ਹਾਲਾਂਕਿ ਇਹ ਤੁਸੀਂ ਪਹਿਲਾਂ ਹੀ ਸੁਣ ਚੁੱਕੇ ਹੋ ਕਿ ਕੇਅਰ ਸੈਂਟਰ ਸਰਵਿਸ ਸੈਂਟਰ ਵੱਲੋਂ ਵੀ ਇਹ ਗੱਲ ਕਹਿ ਦਿੱਤੀ ਗਈ ਆ ਕਿ ਮਸਲਾ ਜਿਹੜਾ ਨਿਬੜ ਗਿਆ, ਅਸੀਂ ਮਾਫੀ ਵੀ ਮੰਗ ਲੈਂਦੇ ਆ, ਫੋਨ ਵੀ ਨਵਾਂ ਦੇ ਦਿੰਦੇ ਆ, ਤੇ ਜਿਹੜਾ ਜਥੇਬੰਦੀਆਂ ਨੇ ਧਰਨਾ ਪ੍ਰਦਰਸ਼ਨ ਕੀਤਾ ਸੀ ਉਹ ਧਰਨਾ ਵੀ ਜਿਹੜਾ ਬਾਹਰੋਂ ਚੱਕ ਲਿਆ ਗਿਆ। ਜਿਹੜੀ ਆਮ ਪਬਲਿਕ ਪਿਛਲੇ 1.5 ਘੰਟੇ ਤੋਂ ਖਰਾਬ ਹੋ ਰਹੀ ਸੀ, ਉਹ ਆਮ ਪਬਲਿਕ ਦਾ ਵੀ ਜਿਹੜਾ ਰਾਸਤਾ ਉਹ ਚਲਾ ਦਿੱਤਾ ਗਿਆ। ਤੇ ਲਾਈਵ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਚੁੱਕਿਆ ਕਿ ਜਿਹੜਾ ਫੋਨ ਆ ਉਹ ਇਹਨਾਂ ਨੂੰ ਕੁਝ ਸਮੇਂ ਤੱਕ ਮਿਲੇਗਾ ਤੇ ਜਿਹੜੀ ਮਾਫੀ ਦੀ ਗੱਲ ਕੀਤੀ ਆ ਉਹ ਵੀ ਮਸਲਾ ਹੱਲ ਕਿਤੇ ਨਾ ਕਿਤੇ ਹੋਏਗਾ। ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੁਖ।